कंचन वासदेव ਨੂੰ ਕਿਹਾ ਜਾਂਦਾ ਹੈ ਬ੍ਰੇਕਿੰਗ ਨਿਊਜ਼ ਲੇਡੀ ਜਰਨਲਿਸਟ। ਕੰਚਨ ਵਾਸਦੇਵ ਦੀਆਂ ਖਬਰਾਂ ਲੀਡਰਾਂ ਨੂੰ ਬਹੁਤ ਰੜਕਦੀਆਂ ਨੇ। ਜੁਪਿੰਦਰਜੀਤ ਉਹ ਜਰਨਲਿਸਟ ਨੇ ਜਿਨ੍ਹਾਂ ਨੇ ਭਗਤ ਸਿੰਘ ਹੁਣਾਂ ਦਾ ਪਿਸਟਲ ਲੱਭਿਆ ਸੀ ਔਰ ਇਹਨਾਂ ਨੇ 40 ਪੁਲਿਸ ਵਾਲੇ ਇਹਨਾਂ ਦੀਆਂ ਖਬਰਾਂ ਤੋਂ ਬਾਅਦ ਸਸਪੈਂਡ ਹੋਏ कि दो रात बंकर च रह के गुजारियां इन्होंने और अंडरग्राउंड भी पति पत्नी नूं रहना पिया। तमाम चीज़ों ते डिस्कस करांगे। इदां ਦੀਆਂ प्रॉब्लम्स मैं फेस कीतियां कि लोग समझते सी कि पता नहीं ये इन्नी फ्रैंक क्यों है, इन्हें क्यों पूछ लिया, शायद मतलब यू नो ਇਹਦੇ ਨਾਲ ਮਿਸਬਿਹੇਵ ਕਰ ਲਓ ਥੋੜਾ ਜਿਹਾ। ਤਾਂ ਨਫ਼ਰਤ ਦੀ ਰਾਜਨੀਤੀ ਹੁੰਦੀ ਹੈ ਜਾਤਾਂ ਦੇ ਆਧਾਰ ਤੇ, ਵਰਗਾਂ ਦੇ ਆਧਾਰ ਤੇ, ਧਰਮ ਦੇ ਆਧਾਰ ਤੇ, ਪਰ ਤੁਸੀਂ ਇੰਟਰ ਰਿਲੀਜੀਅਨ ਮੈਰਿਜ ਕੀਤੀ। ਇਸ ਨੂੰ ਮੈਂ ਪਸੰਦ ਆਇਆ ਅਤੇ ਉਹ ਵੀ ਅਲੱਗ ਕਹਾਣੀ ਹੈਗੀ ਹੈ। ਤੋਂ ਅਸੀਂ ਫੈਮਿਲੀਜ਼ ਨਾਲ ਕਨਫਰੰਟੇਸ਼ਨ ਵਿੱਚ ਨਹੀਂ ਗਏ ਦੋਵੇਂ ਜਾਣੇ। ਕੰਚਨ ਦੀ ਮਦਰ ਨੂੰ ਮਨਾਉਣਾ ਸਭ ਤੋਂ ਔਖਾ ਸੀਗਾ ਕਿਉਂਕਿ ਉਹਨਾਂ ਦੀ ਫੈਮਿਲੀ ਨੇ ਹੀ ਸਫਰ ਕੀਤਾ ਸੀ। 40 ਤੋਂ ਵੱਧ ਪੁਲਿਸ ਦੇ ਮੁਲਾਜ਼ਮਾਂ ਦੀ ਨੌਕਰੀ ਲਈ ਹੈ ਤੁਸੀਂ, ਸਸਪੈਂਡ ਕਰਾ ਚੁੱਕੇ ਹੋ, ਡਿਸਮਿਸ ਕਰਾ ਚੁੱਕੇ ਹੋ 11-12 ਨੂੰ। ਇਹ ਕੀ ਕਹਾਣੀ ਸੀਗੀ ਪੂਰੀ, ਮਤਲਬ ਜਿਹੜਾ ਇੱਕ ਉਸ ਤੋਂ ਬਾਅਦ ਤੁਹਾਨੂੰ ਅੰਡਰਗਰਾਊਂਡ ਵੀ ਰਹਿਣਾ ਪੈਂਦਾ। ਚੀਫ ਮਿਨਿਸਟਰ ਉਦੋਂ ਕੈਪਟਨ ਅਮਰਿੰਦਰ ਸਿੰਘ ਹੀ ਸੀਗੇ, ਸੋ ਉਹਨਾਂ ਨੇ ਇੰਟਰਵੀਨ ਕੀਤਾ ਸਾਰੇ ਕੇਸ ਦੇ ਵਿੱਚ ਐਂਡ ਇਵੈਂਚੁਅਲੀ ਹਾਈ ਕੋਰਟ ਨੇ ਉਹ 11 ਪੁਲਿਸ ਆਫਿਸਰਸ ਇੰਕਲੂਡਿੰਗ ਡੀਐਸਪੀ ਨੂੰ ਡਿਸਮਿਸ ਕੀਤਾ ਹੈਗਾ। ਤੁਸੀਂ ਲਸ਼ਕਰ-ਏ-ਤੈਯਬਾ ਦੇ ਕਮਾਂਡਰਸ ਦਾ ਵੀ ਇੰਟਰਵਿਊ ਕੀਤਾ, 2 ਰਾਤਾਂ ਤੁਸੀਂ ਰਹੇ ਸੀਗੇ ਔਰ 2 ਰਾਤਾਂ ਰਹਿ ਕੇ ਉੱਥੇ ਇੰਟਰਵਿਊ ਕੀਤੇ, ਫਿਰ ਤੁਸੀਂ ਬੰਕਰ ਦੇ ਵਿੱਚ ਰਹੇ ਹੋ 2 ਰਾਤਾਂ ਤੁਸੀਂ। ਉੱਥੇ ਜਿੰਨੇ ਵੀ ਮਿਜ਼ਾਈਲ ਅਟੈਕ ਹੁੰਦੇ ਨੇ, ਯੂ ਨੋ ਰੋਕਟ ਅਟੈਕਸ ਹੁੰਦੇ ਨੇ, ਉਸ ਪਿੰਡ ਦੇ ਉੱਤੇ ਗਿਰਦੇ ਨੇ। ਹੁਣ ਇੰਡੀਅਨ ਆਰਮੀ ਨੇ ਉੱਥੇ ਪਹਾੜ ਕੱਟ ਕੇ ਉਹਨਾਂ ਨੇ ਅੰਦਰ ਆਪਣੇ ਰਹਿਣ ਦੇ ਬਣਾਇਆ ਹੋਇਆ ਬੰਕਰਸ ਬਣਾਏ ਹੋਏ ਨੇ। ਸੋ ਉੱਥੇ ਬੰਕਰਸ ਮੈਂ 2 ਰਾਤਾਂ ਰਿਹਾ, ਉੱਥੋਂ ਦੀ ਮੈਂ ਰਿਪੋਰਟਿੰਗ ਕੀਤੀ ਹੈਗੀ ਹੈ। ਕਿਸ ਤਰ੍ਹਾਂ ਲੱਗਿਆ ਤੁਹਾਨੂੰ ਕਿ ਪਿਸਟਲ ਲੱਭਣਾ ਚਾਹੀਦਾ ਭਗਤ ਸਿੰਘ ਹੁਣਾਂ ਦਾ, ਫਿਰ ਲੱਭ ਕੇ ਤੁਸੀਂ ਲਿਆਏ ਵੀ ਤੁਹਾਨੂੰ ਸਫਲਤਾ ਮਿਲੀ ਔਰ ਤੁਹਾਡੀ ਬਦੌਲਤ ਹੀ ਅੱਜ ਭਗਤ ਸਿੰਘ ਦਾ ਜਿਹੜਾ ਪਿਸਟਲ ਮਿਲਿਆ, ਤੁਸੀਂ ਕਿਤਾਬ ਵੀ ਲਿਖੀ ਉਸ 'ਤੇ। ਇਸ ਪਿਸਟਲ ਨੂੰ ਇੱਕ ਵਾਰੀ ਭਗਤ ਸਿੰਘ ਨੇ ਪਕੜਿਆ ਸੀ ਤੇ ਜਿਹਨੂੰ ਮੈਂ ਅੱਜ ਪਕੜ ਰਿਹਾ, ਤੇ ਹੁਣ ਮੈਨੂੰ ਇਹ ਸੀਗਾ ਕਿ ਜੇ ਮੈਂ ਨਾਲ ਜਾਂਦੀ ਤਾਂ ਜਿਸ ਤਰ੍ਹਾਂ ਜੁਪਿੰਦਰ ਨੇ ਆਪਣੇ ਹੱਥ 'ਚ ਪਕੜੀ ਸੀ ਪਿਸਟਲ, ਤਾਂ ਉਹ ਮੈਂ ਵੀ ਫੜਨੀ ਸੀ। ਕਹਿੰਦੇ ਕਿ ਲੋਕ ਕੰਚਨ ਨੂੰ ਇਹ ਚੀਜ਼ਾਂ ਜਾਣਨ ਵਾਸਤੇ ਵੀ ਫੋਨ ਕਰ ਲੈਂਦੇ ਆ ਕਿ ਕੰਚਨ ਸਾਡੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ, ਜਰਾ ਹਾਈ ਲੈਵਲ ਤੇ ਪਤਾ ਕਰਕੇ ਦੱਸੋ। ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਇਹ ਸਦਰਾਂ ਠੀਕ ਟੁਕਦੀਆਂ ਨੇ ਚੰਡੀਗੜ੍ਹ ਦੇ ਇੱਕ ਪੱਤਰਕਾਰ ਜੋੜੇ ਤੇ ਜਿਨ੍ਹਾਂ ਦਾ ਲੰਬਾ ਸੰਘਰਸ਼ ਰਿਹਾ ਔਰ ਬਹੁਤ ਵੱਡਾ ਨਾਮ ਉਹਨਾਂ ਨੇ ਕਮਾਇਆ। ਉਹਨਾਂ ਦੀਆਂ ਖਬਰਾਂ ਤੇ ਵੱਡੇ ਐਕਸ਼ਨ ਵੀ ਹੋਏ ਨੇ। ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਵਾਸਤੇ ਕੰਚਨ ਵਾਸਦੇਵ ਤੇ ਉਹਨਾਂ ਦੇ ਪਤੀ ਜੁਪਿੰਦਰਜੀਤ ਸਿੰਘ। ਗੱਲਬਾਤ ਉਹਨਾਂ ਦੇ ਨਾਲ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕੰਚਨ ਵਾਸਦੇਵ ਨੂੰ ਕਿਹਾ ਜਾਂਦਾ ਹੈ ਬ੍ਰੇਕਿੰਗ ਨਿਊਜ਼ ਲੇਡੀ ਜਰਨਲਿਸਟ, ਕਿਉਂਕਿ ਬਹੁਤ ਸਾਰੀਆਂ ਇਹਨਾਂ ਨੇ ਇਹੋ ਜਿਹੀਆਂ ਖਬਰਾਂ ਛਾਪੀਆਂ ਨੇ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਖਾਸ ਤੌਰ ਤੇ ਚਰਚਾ ਹੁੰਦੀ ਹੈ। ਕੰਚਨ ਵਾਸਦੇਵ ਦੀਆਂ ਖਬਰਾਂ ਲੀਡਰਾਂ ਨੂੰ ਬਹੁਤ ਰੜਕਦੀਆਂ ਨੇ ਔਰ ਗੱਲਬਾਤ ਇਹਨਾਂ ਦੇ ਨਾਲ ਸ਼ੁਰੂ ਕਰਾਂਗੇ। ਜੁਪਿੰਦਰਜੀਤ ਸਿੰਘ ਹੁਣਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੁਪਿੰਦਰਜੀਤ ਉਹ ਜਰਨਲਿਸਟ ਨੇ ਜਿਨ੍ਹਾਂ ਨੇ ਭਗਤ ਸਿੰਘ ਹੁਣਾਂ ਦਾ ਪਿਸਟਲ ਲੱਭਿਆ ਸੀ ਔਰ ਇਹਨਾਂ ਨੇ 40 ਪੁਲਿਸ ਵਾਲੇ ਇਹਨਾਂ ਦੀਆਂ ਖਬਰਾਂ ਤੋਂ ਬਾਅਦ ਸਸਪੈਂਡ ਹੋਏ, ਡਿਸਮਿਸ ਹੋਏ ਬਹੁਤ ਸਾਰੇ ਪੁਲਿਸ ਵਾਲੇ ਔਰ 2 ਦਿਨ ਬੰਕਰ ਦੇ ਵਿੱਚ ਵੀ ਰਹਿ ਕੇ, 2 ਰਾਤਾਂ ਬੰਕਰ 'ਚ ਰਹਿ ਕੇ ਗੁਜ਼ਾਰੀਆਂ ਇਹਨਾਂ ਨੇ ਔਰ ਅੰਡਰਗਰਾਊਂਡ ਵੀ ਪਤੀ ਪਤਨੀ ਨੂੰ ਰਹਿਣਾ ਪਿਆ। ਤਮਾਮ ਚੀਜ਼ਾਂ ਤੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕੰਚਨ ਜੀ ਤੇ ਜੁਪਿੰਦਰ ਜੀ, ਬਹੁਤ ਬਹੁਤ ਸਵਾਗਤ ਪ੍ਰੋ ਪੰਜਾਬ ਟੀਵੀ ਤੇ। ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਮੈਮ ਸ਼ੁਰੂ ਕਰੂੰਗਾ ਮੈਂ। ਚਰਚਾ ਇਹ ਹੁੰਦੀ ਹੈ ਕਿ ਬ੍ਰੇਕਿੰਗ ਨਿਊਜ਼ ਜਰਨਲਿਸਟ ਕਿਹਾ ਜਾਂਦਾ ਕੰਚਨ ਵਾਸਦੇਵ ਨੂੰ ਔਰ ਕੰਚਨ ਵਾਸਦੇਵ ਬਣਨ ਤੱਕ ਦਾ ਸਫ਼ਰ ਔਰ ਸ਼ੁਰੂਆਤ ਸਟਰਗਲ ਦੀ ਕਿਵੇਂ ਬਣੇ ਹੋ ਕੰਚਨ ਵਾਸਦੇਵ ਤੁਸੀਂ? ਇਹ ਕੋਈ 20-22 ਸਾਲ ਦਾ ਸਫ਼ਰ ਹੈ। ਮੈਂ ਪਹਿਲਾਂ ਸਾਇੰਸ ਸਟੂਡੈਂਟ ਸੀਗੀ, ਮੈਂ ਐਮਐਸਸੀ ਕੀਤੀ ਸੀ ਤੇ ਇੱਕ ਸੁਪਨਾ ਹੁੰਦਾ ਸੀ ਕਿ ਕਦੀ ਜਰਨਲਿਸਟ ਬਣੂੰਗੀ, ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਨੂੰ ਰਿਪੋਰਟ ਕਰਿਆ ਕਰੂੰਗੀ, ਜਿਸ ਤੋਂ ਕਿ ਕੋਈ ਐਕਸ਼ਨ ਹੋਏਗਾ ਤੇ ਉਹਨਾਂ ਦੀ ਲਾਈਫ ਜਿਹੜੀ ਹੈਗੀ ਉਹ ਬੈਟਰ ਹੋਏਗੀ। ਪਰ ਜਿਸ ਤਰ੍ਹਾਂ ਕਿ ਆਪਣੇ ਸਾਰੇ ਪੇਰੈਂਟਸ ਦਾ ਹੁੰਦਾ ਕਿ ਸਾਇੰਸ ਦੇ ਕੋਰਸਿਸ ਲੈ ਲਓ, ਉਹਦੇ 'ਚ ਪੜ੍ਹਾਈ ਕਰਦੇ ਰਹੋ, ਤੇ ਉਸ ਤਰ੍ਹਾਂ ਮੈਂ ਵੀ ਚੱਲਦੀ ਰਹੀ ਅੱਗੇ ਤੇ ਐਮਐਸਸੀ ਤੱਕ ਕਰ ਲਿਆ। ਉਸ ਤੋਂ ਬਾਅਦ ਮੈਂ ਪੀਐਚਡੀ 'ਚ ਵੀ ਐਨਰੋਲ ਹੋ ਗਈ। ਫਿਰ ਮੈਂ ਸੋਚਿਆ ਕਿ 6 ਮਹੀਨੇ ਉਸ ਤੋਂ ਲਗਾਉਣ ਤੋਂ ਬਾਅਦ ਲੱਗਿਆ ਕਿ ਕਾਫੀ ਲੰਬਾ ਚੱਲ ਰਿਹਾ ਹੈ ਤੇ ਹੋ ਸਕਦਾ ਸ਼ਾਇਦ ਮੈਂ ਇੰਨਾ ਕੁਝ ਕੰਟਰੀਬਿਊਟ ਨਾ ਕਰ ਪਾਵਾਂ ਇਸ ਸੋਸਾਇਟੀ ਲਈ ਜਿੰਨਾ ਕਿ ਮੈਂ ਜਰਨਲਿਜ਼ਮ ਦੇ ਥਰੂ ਕਰ ਸਕਾਂਗੀ। ਤੇ ਪਟਿਆਲੇ ਤੋਂ ਇੰਡੀਅਨ ਐਕਸਪ੍ਰੈਸ ਦਾ ਇੱਕ ਇਨੀਸ਼ੀਏਟਿਵ ਹੁੰਦਾ ਸੀ, ਪਟਿਆਲਾ ਨਿਊਜ਼ ਲਾਈਨ, ਇੱਕ ਟੈਬਲੋਇਡ ਸਾਈਜ਼ ਨਿਊਜ਼ਪੇਪਰ ਸੀਗਾ। ਉਸ ਤੋਂ ਮੈਂ ਸਟਾਰਟ ਕੀਤਾ ਕੰਟਰੀਬਿਊਟਰ ਦੀ ਤਰ੍ਹਾਂ
ਉੱਥੇ ਹੀ ਮਤਲਬ ਦੇਖਿਆ ਕਿ ਲਾਈਫ ਲੋਕਾਂ ਦੀ ਜਿਹਦਾ ਵੀ ਸਟੋਰੀ ਰਿਪੋਰਟ ਹੋਈ, ਛੋਟੇ ਛੋਟੇ ਉਹਨਾਂ ਦੀਆਂ ਸਮੱਸਿਆਵਾਂ ਸੀਗੀਆਂ, ਉਹਨਾਂ ਨੂੰ ਰਿਪੋਰਟ ਕੀਤਾ ਤਾਂ ਕਾਫੀ ਐਕਸ਼ਨ ਹੁੰਦਾ ਰਿਹਾ ਤੇ ਉਹਨਾਂ ਦੀ ਲਾਈਫ ਬੈਟਰ ਹੁੰਦੀ ਚਲੀ ਗਈ। ਇਸ ਤਰ੍ਹਾਂ ਹੀ ਬਸ ਉੱਥੋਂ ਚੱਲਿਆ ਸਫ਼ਰ ਤੇ ਫਿਰ ਮੈਂ ਹਿਸਾਰ ਗਈ, ਜਿੱਥੇ ਕਿ ਇੱਕ ਹੋਮ ਪੇਜਸ ਨਾਮ ਦਾ ਅਖਬਾਰ ਸੀਗਾ। ਉੱਥੇ ਮੈਂ ਸਾਲ ਦੇ ਕਰੀਬ ਕੰਮ ਕੀਤਾ। ਰਮਨ ਮੋਹਨ ਹੈਗੇ ਨੇ ਜਿਹੜੇ ਪਹਿਲਾਂ ਟ੍ਰਿਬਿਊਨ ਦੇ ਸਪੈਸ਼ਲ ਕੋਰੈਸਪੋਂਡੈਂਟ ਹੁੰਦੇ ਸੀਗੇ, ਉਹ ਐਡੀਟਰ ਸੀਗੇ ਉੱਥੇ, ਤੇ ਉਹਨਾਂ ਨੇ ਮੈਨੂੰ ਕਾਫੀ ਕੁਝ ਸਿਖਾਇਆ ਪੂਰੇ 1 ਸਾਲ ਦੇ ਵਿੱਚ। ਮਤਲਬ ਰਿਗਰਸ ਟ੍ਰੇਨਿੰਗ ਜਿਹਨੂੰ ਕਹਿ ਸਕਦੇ ਹਾਂ ਉਹਨਾਂ ਨੇ ਮੇਰੀ ਕੀਤੀ। ਇੱਕ ਤਾਂ ਹਰਿਆਣੇ ਦਾ ਸ਼ਹਿਰ ਸੀ, ਕਾਫੀ ਬੈਕਵਾਟਰ ਸੀਗੇ, ਲੇਡੀ ਉੱਥੇ ਕਦੀ ਕੋਈ ਹੁੰਦੀ ਨਹੀਂ ਸੀਗੀ ਜਰਨਲਿਸਟ। ਇੱਕ ਤਰ੍ਹਾਂ ਦੀ ਮੈਂ ਪਹਿਲੀ ਹੀ ਉਹ ਸੀਗੀ ਜਿਹੜੀ ਉਹਨਾਂ ਨੇ ਜਿਹਨੂੰ ਹਾਇਰ ਕਰਕੇ ਉਹਨਾਂ ਨੇ ਕਾਫੀ ਕੁਝ ਸਿਖਾਇਆ ਤੇ ਫੀਲਡ ਦੇ ਵਿੱਚ ਭੇਜਿਆ। ਕਾਫੀ ਪ੍ਰੋਬਲਮਸ ਆਈਆਂ, ਲੋਕਾਂ ਨੇ ਐਕਸੈਪਟ ਨਹੀਂ ਕੀਤਾ ਕਿ ਇੱਕ ਲੇਡੀ ਜਰਨਲਿਸਟ ਹੈ, ਸਾਰਾ ਦਿਨ ਸਕੂਟਰ ਤੇ ਘੁੰਮਦੀ ਹੈ। ਉਹਨਾਂ ਨੂੰ ਫੋਨ ਕਰਕੇ ਕਹਿੰਦੇ ਸੀ ਕਿ ਇਹ ਕੁੜੀ ਨੂੰ ਕਿਉਂ ਘੁੰਮਣ ਦਿੱਤਾ ਜਾਂਦਾ ਸਾਰਾ ਦਿਨ, ਇਹਦਾ ਕੀ ਕੰਮ ਹੈ। ਫਿਰ ਉੱਥੋਂ ਦੇ ਪਿੰਡਾਂ ਤੋਂ ਵੀ ਕਾਫੀ ਕੁਝ ਰਿਪੋਰਟ ਕੀਤਾ। ਔਰਤਾਂ ਨੇ ਕਾਫੀ ਮਤਲਬ ਉੱਥੋਂ ਦੀ ਸੁਸਾਇਟੀ ਨੇ ਕਾਫੀ ਆਬਜੈਕਟ ਵੀ ਕੀਤਾ ਕਿ ਕਿਸੇ ਹੋਰ ਫੋਟੋਗ੍ਰਾਫਰ ਦੇ ਨਾਲ ਜਿਹੜਾ ਕਿ ਇਸ ਦਾ ਕੁਝ ਨਹੀਂ ਲੱਗਦਾ, ਉਹਦੇ ਨਾਲ ਇਹ ਕੁੜੀ ਤੁਰੀ ਫਿਰ ਰਹੀ ਹੈਗੀ ਹੈ ਤੇ ਰਿਪੋਰਟ ਕਰ ਰਹੀ ਹੈ। ਉਹ ਸਾਰਾ ਕੁਝ ਆਇਆ। ਉਸ ਤੋਂ ਬਾਅਦ ਫਿਰ ਮੈਂ ਟ੍ਰਿਬਿਊਨ 'ਚ ਚੰਡੀਗੜ੍ਹ ਦੇ ਵਿੱਚ ਆ ਗਈ। ਫਿਰ ਉਸ ਤੋਂ ਬਾਅਦ ਟ੍ਰਿਬਿਊਨ ਨੇ ਮੈਨੂੰ ਲੁਧਿਆਣੇ ਵੀ ਪੋਸਟ ਕੀਤਾ ਰੱਖਿਆ 10 ਸਾਲ ਦੇ ਕਰੀਬ। ਫਿਰ ਉਸ ਤੋਂ ਬਾਅਦ ਮੈਂ ਇੰਡੀਅਨ ਐਕਸਪ੍ਰੈਸ ਜੁਆਇਨ ਕੀਤਾ। ਕੰਚਨ ਵਾਸੁਦੇਵ ਹੁਣੀ ਬਹੁਤ ਜਿੱਦਾਂ ਕਿ ਕਹਿੰਦੇ ਕਿ ਖਬਰਾਂ ਤਾਂ ਬਹੁਤ ਧਮਾਕੇਦਾਰ ਹੁੰਦੀਆਂ ਪਰ ਬੋਲਦੇ ਬਹੁਤ ਘੱਟ ਨੇ, ਬਹੁਤ ਸਲੋ ਬੋਲਦੇ ਹੋ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਰਿਆਣੇ ਦੇ ਵਿੱਚ ਵੀ ਔਰ ਕੋਰਟ ਦੇ ਵਿੱਚ ਵੀ ਬੰਦਾ ਕੁੱਟ ਦਿੱਤਾ ਸੀਗਾ ਤੁਸੀਂ, ਇੱਕ ਲੁਟੇਰਿਆਂ ਵਾਲਾ ਕਿੱਸਾ ਤਾਂ ਸਭ ਨੂੰ ਪਤਾ, ਵੀਡੀਓ ਬਹੁਤ ਵਾਇਰਲ ਹੋਇਆ ਸੀ। ਪਰਸ ਖੋਹ ਕੇ ਭੱਜਣ ਲੱਗੇ ਸੀ ਤੁਹਾਡੇ ਤੋਂ, ਤੁਸੀਂ ਫੜਿਆ ਔਰ ਉਸ ਤੋਂ ਬਾਅਦ ਫਿਰ ਪੂਰਾ ਵੀਡੀਓ ਵਾਇਰਲ ਹੋਇਆ ਸੀਗਾ ਔਰ ਕੋਰਟ ਦੇ ਵਿੱਚ ਬੰਦਾ ਕੁੱਟ ਦਿੱਤਾ ਸੀਗਾ ਤੁਸੀਂ। ਉਹ ਐਕਚੁਅਲੀ ਜੁਪਿੰਦਰ ਉਹਨਾਂ ਦੇ ਉੱਤੇ ਕੋਈ ਕੇਸ ਸੀਗਾ ਡੈਫੇਮੇਸ਼ਨ ਦਾ ਹੋਇਆ ਤੇ ਅਸੀਂ ਗਏ ਸੀਗੇ ਉਹ ਪਹਿਲੀ ਪੇਸ਼ੀ ਭੁਗਤਣ ਲਈ, ਤੇ ਉੱਥੇ ਇਹਨਾਂ ਨੂੰ ਅੰਦਰ ਜੱਜ ਨੇ ਆਵਾਜ਼ ਮਾਰ ਲਈ ਤੇ ਮੈਂ ਬਾਹਰ ਜਾ ਰਹੀ ਸੀ ਤਾਂ ਇੱਕ ਲਾਇਰ ਸੀਗਾ, ਉਸਨੇ ਆ ਕੇ ਬਦਤਮੀਜ਼ੀ ਕੀਤੀ, ਇੱਕ ਵਾਰੀ ਕ੍ਰਾਸ ਕਰਕੇ ਗਿਆ ਮੈਨੂੰ। ਫਿਰ ਮੈਂ ਛੱਡਤਾ, ਮੈਂ ਸੋਚਿਆ ਚਲੋ ਛੱਡੋ ਕੁਛ ਨਹੀਂ। ਦੂਸਰੀ ਵਾਰੀ ਉਹਨੇ ਫਿਰ 5 ਮਿੰਟ ਬਾਅਦ ਜਾਣਬੁੱਝ ਕੇ ਆਇਆ। ਉਹ ਜਦੋਂ ਆਇਆ ਤਾਂ ਫਿਰ ਮੈਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਜਦੋਂ ਉਹਨੇ ਸੈਕਿੰਡ ਟਾਈਮ ਵੀ ਬਦਤਮੀਜ਼ੀ ਕੀਤੀ। ਫਿਰ ਮੈਂ ਕਾਲਰਸ ਤੋਂ ਫੜ ਕੇ ਉਸਨੂੰ ਚੰਗਾ ਘੁਮਾਇਆ, ਕਾਫੀ ਚਪੇੜਾਂ ਚਪੂੜਾਂ ਲਗਾ ਦਿੱਤੀਆਂ ਉਹਦੇ ਮੂੰਹ ਤੇ। ਜਿੰਨੇ ਵੀ ਸਾਰੇ ਲਾਇਰ ਸੀਗੇ ਉਹਦੇ 'ਚ ਕਾਫੀ ਬਦਨਾਮੀ ਹੋ ਗਈ, ਕਾਫੀ ਲੋਕ ਇਕੱਠੇ ਹੋ ਗਏ। ਫਿਰ ਜੁਪਿੰਦਰ ਬਾਹਰ ਅੰਦਰ ਜੱਜ ਬਾਅਦ 'ਚੋਂ ਮੈਨੂੰ ਦੱਸਿਆ ਗਿਆ ਕਿ ਅੰਦਰ ਜੱਜ ਨੇ ਕਿਹਾ ਕਿ ਬਾਹਰ ਕੀ ਕਮੋਸ਼ਨ ਹੋ ਰਹੀ ਹੈ ਇੰਨੀ ਜ਼ਿਆਦਾ, ਜਾ ਕੇ ਦੇਖੋ ਕੀ ਹੋ ਰਿਹਾ। ਤਾਂ ਦੇਖਿਆ ਕਿ ਮਤਲਬ ਇਹ ਸਾਰਾ ਕੁਝ ਹੋ ਰਿਹਾ ਸੀ। ਮੇਰੇ ਤੇ 14 ਕਰੋੜ ਦਾ ਕੇਸ ਚੱਲ ਰਿਹਾ, 14 ਕਰੋੜ ਦਾ ਡੈਫੇਮੇਸ਼ਨ ਕੇਸ ਸੀਗਾ ਜੀ। ਤੇ ਤੁਸੀਂ ਹਾਲਤ ਦੇਖੋਗੇ, ਮੈਨੂੰ ਕਹਿ ਰਹੇ ਸੀ ਕਿਉਂਕਿ ਅਸੀਂ ਤਾਂ ਉੱਥੇ ਫਿਰ ਮੁਲਜ਼ਮ ਹੈਗੇ ਨੇ, ਅਕਿਊਜ਼ਡ ਹੁੰਦੇ ਆ ਤੁਸੀਂ, ਤੇ ਮੈਨੂੰ ਅੰਦਰ ਆਵਾਜ਼ ਪਈ ਹੋਈ ਹੈ ਤੇ ਮੈਂ ਜੱਜ ਅੱਗੇ ਖੜਾ ਹੈਗਾ, ਜੱਜ ਸਾਹਿਬ ਅੱਗੇ ਖੜਾ ਹੈਗਾ ਤੇ ਇੱਕਦਮ ਬਾਹਰ ਕਮੋਸ਼ਨ ਹੁੰਦਾ ਹੈਗਾ ਤੇ ਉਹ ਕਹਿੰਦੇ ਜੀ ਕਿਸੇ ਕੋਈ ਔਰਤ ਵਕੀਲ ਨੂੰ ਕੁੱਟ ਰਹੀ ਹੈ ਤੇ ਉਹ ਜੱਜ ਸਾਹਿਬ ਖੜੇ ਹੋ ਗਏ। ਉਹਨਾਂ ਨੇ ਆਪਣੇ ਗਨਮੈਨ ਨੂੰ ਕਿਹਾ ਬਾਹਰ ਜਾ ਕੇ ਦੇਖੋ ਕੀ ਹੋ ਰਿਹਾ ਹੈ, ਉਹ ਲੇਡੀ ਨੂੰ ਬਚਾਓ। ਉਹ ਬਾਅਦ ਵਿੱਚ ਪਤਾ ਚੱਲਿਆ ਵੀ ਲੇਡੀ ਨੂੰ ਬਚਾਉਣ ਦੀ ਲੋੜ ਨਹੀਂ ਹੈਗੀ। ਸੋ ਉਹਨਾਂ ਨੂੰ ਜਿਹੜੇ ਉਹ ਵਕੀਲ ਸਾਹਿਬ ਸੀਗੇ ਤੇ ਉਹ ਮਤਲਬ ਕਾਫੀ ਇਕੱਲਾ ਇਹ ਐਕਸਪੀਰੀਅੰਸ ਨਹੀਂ ਹੈਗਾ, ਹੋਰ ਵੀ ਕਈ ਇਨਸੀਡੈਂਟ ਨੇ ਕੰਚਨ ਦੀ ਮਾਰ ਕੁਟਾਈ ਦੇ, ਕਾਫੀ ਇਨਫੇਮਸ ਹੈਗੇ ਨੇ। ਜਿੱਦਾਂ ਕਿ ਖਬਰਾਂ ਕੰਚਨ ਜੀ, ਮੈਂ ਪਹਿਲਾਂ ਕੰਚਨ ਜੀ ਉਹਨਾਂ ਨਾਲ ਗੱਲ ਕਰੂੰਗਾ, ਫਿਰ ਤੁਹਾਡੇ ਕੋਲ ਵੀ ਉਹਨਾਂ ਪਿਸਟਲ ਦਾ ਜ਼ਿਕਰ ਵੀ ਕਰਾਂਗੇ ਆਪਾਂ, ਜਿਹੜੀ ਤੁਸੀਂ ਕਿਤਾਬਾਂ ਵੀ ਲਿਖੀਆਂ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ। ਬ੍ਰੇਕਿੰਗ ਨਿਊਜ਼ ਜਰਨਲਿਸਟ ਕਿਹਾ ਜਾਂਦਾ ਹੈ ਤੁਹਾਨੂੰ, ਕਿਉਂਕਿ ਮਹਿਲਾਵਾਂ ਸਾਡੇ ਸਮਾਜ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਡੀਲ ਕਿਸ ਤਰ੍ਹਾਂ ਕਰਦੇ ਹੋ? ਡੀਲ ਕਰਨਾ ਬਹੁਤ ਔਖਾ ਹੋਣਾ, ਕਿਉਂਕਿ ਇੰਨੀ ਜਲਦੀ ਤਾਂ ਕੋਈ ਜਿਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਬ੍ਰੇਕ ਕਰਦੇ ਹੋ, ਅੰਦਰ ਦੀਆਂ ਖਬਰਾਂ ਵਾਸਤੇ ਵੀ ਫੋਨ ਕਹਿੰਦੇ ਕਿ ਲੋਕ ਕਰਦੇ ਆ ਕਿ ਕੰਚਨ ਕੋਲ ਪੁਖਤਾ ਖਬਰ ਹੋਣੀ ਹੈ ਕਿ ਫਲਾਨੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ, ਇਹਨਾਂ ਤੋਂ ਪੁੱਛੀਏ। ਕਿਸ ਤਰ੍ਹਾਂ ਡੀਲ ਕਰਦੇ ਹੋ? ਕਿਉਂਕਿ ਡੀਲ ਕਰਨਾ, ਸੋਰਸ ਬਣਾਉਣਾ ਵੀ ਬਹੁਤ ਔਖਾ ਹੁੰਦਾ, ਲੋਕ ਈਜ਼ੀਲੀ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਆ। ਐਕਚੁਅਲੀ ਬੀਇੰਗ ਏ ਲੇਡੀ ਐਡਵਾਂਟੇਜਸ ਵੀ ਹੈਗੀਆਂ ਤੇ ਡਿਸਐਡਵਾਂਟੇਜਸ ਵੀ ਹੈਗੀਆਂ। ਐਡਵਾਂਟੇਜ ਇਹ ਹੁੰਦੀ ਹੈ ਕਿ ਲੋਕ ਕੋਸ਼ਿਸ਼ ਕਰਦੇ ਹੈ ਕਿ ਮਤਲਬ ਥੋੜੀ ਹੈਲਪ ਕਰ ਦੇਣ। ਇੱਕ ਆਪਣੀ ਸੁਸਾਇਟੀ ਦਾ ਹੈਗਾ ਕਿ ਲੇਡੀ ਹੈ, ਚਲੋ ਆਈ ਹੈ, ਮੇਰੇ ਕੋਲ ਚਾਹ ਪੀਏਗੀ ਬੈਠ ਕੇ, ਤਾਂ ਈਜ਼ੀ ਹੋ ਜਾਂਦਾ ਕਿ ਥੋੜ੍ਹਾ ਜਿਹਾ ਅੰਦਰੋਂ ਦੀ ਖਬਰ ਪਤਾ ਕਰਨੀ। ਪਰ ਪ੍ਰੋਬਲਮਸ ਵੀ ਇੱਕ ਤਰ੍ਹਾਂ ਦੀਆਂ ਹੈਗੀਆਂ, ਕਈ ਲੋਕ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰਦੇ ਹੈ। ਮੈਨ ਆਪਣੀ ਸੁਸਾਇਟੀ 'ਚ ਇੱਦਾਂ ਦੇ ਹੈਗੇ, ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਆ ਕੇ ਮੇਰੇ ਕੋਲ ਬੈਠ ਗਈ, ਇਸਨੇ ਮੈਨੂੰ ਰਾਤ ਨੂੰ 10:30 ਵਜੇ ਮੈਸੇਜ ਕੀਤਾ ਸੀ, ਪਤਾ ਨਹੀਂ ਕੀ ਚੱਕਰ ਹੈ। ਇਹ ਸਾਰਾ ਕੁਛ ਹੈ। ਕਈ ਵਾਰੀ ਮੈਂ ਦੇਖਿਆ ਕਿ ਕਾਫੀ ਲੀਡਰਸ ਤੇ ਕਈ ਹੋਰ ਬਿਊਰੋਕਰੈਟਸ ਵੀ ਇਸ ਗੱਲ ਨੂੰ ਗਲਤ ਸਮਝ ਜਾਂਦੇ ਹਨ। ਸਾਡੀ ਤਾਂ ਡਿਊਟੀ ਹੈਗੀ ਹੈ ਕਿ ਅਸੀਂ ਜੇ ਰਾਤ ਨੂੰ 10:30 ਵਜੇ ਕੋਈ ਚੀਜ਼ ਪਤਾ ਚੱਲ ਰਹੀ ਹੈ ਤਾਂ ਉਸੇ ਵੇਲੇ, ਅੱਜ ਕੱਲ੍ਹ WhatsApp ਹੈ, ਫਟਾਫਟ ਤੁਸੀਂ ਮੈਸੇजेस ਕਰ ਲੈਂਦੇ ਹੋ।
ਤਾਂ ਮਤਲਬ ਇਹ ਥੋੜਾ ਉਹਨਾਂ ਨੂੰ ਸਮਝਾਉਣ ਨੂੰ ਟਾਈਮ ਲੱਗ ਜਾਂਦਾ ਹੈ ਕਿ ਜਿਹੜਾ ਇਹ ਕੁਐਰੀ ਸੀਗੀ ਇਹ ਪਰਸਨਲ ਨਹੀਂ ਸੀ, ਇਹ ਪ੍ਰੋਫੈਸ਼ਨਲ ਹੈ, ਤੇ ਕੋਈ ਵੀ ਟਾਈਮ ਹੋਵੇ ਮੈਨੂੰ ਤੁਹਾਨੂੰ ਪਤਾ ਕਰਨੀ ਪਏਗੀ। ਤੁਸੀਂ ਫਿਰ ਇੱਕ ਬੀਟ ਦੇ ਵਿੱਚ ਡੀਲ ਕਰਦੇ ਰਹਿੰਦੇ ਹੋ ਲੋਕਾਂ ਨਾਲ ਤਾਂ ਫਿਰ ਪਤਾ ਚੱਲ ਜਾਂਦਾ। ਬਟ ਸ਼ੁਰੂ 'ਚ ਹਰ ਜਗ੍ਹਾ 'ਤੇ ਇੱਦਾਂ ਦੀਆਂ ਪ੍ਰੋਬਲਮਸ ਮੈਂ ਫੇਸ ਕੀਤੀਆਂ ਕਿ ਲੋਕ ਸਮਝਦੇ ਸੀ ਕਿ ਪਤਾ ਨਹੀਂ ਇਹ ਇੰਨੀ ਫਰੈਂਕ ਕਿਉਂ ਹੈ, ਇਹਨੇ ਕਿਉਂ ਪੁੱਛ ਲਿਆ, ਸ਼ਾਇਦ ਮਤਲਬ ਇਹਦੇ ਨਾਲ ਮਿਸਬਿਹੇਵ ਕਰ ਲਓ ਥੋੜ੍ਹਾ ਜਿਹਾ। ਕਾਫੀ ਲੋਕਾਂ ਨੇ ਮਤਲਬ ਕੋਈ ਪੁੱਛਦਾ ਸੀ ਕਿ ਆ ਜਾਓ ਮੇਰੇ ਨਾਲ ਡਰਿੰਕਸ ਲੈ ਲਓ, ਰਾਤ ਨੂੰ ਕਾਫੀ ਪੀਣ ਚੱਲੀਏ, ਲਾਈਕ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਰਹੀਆਂ। ਕਈ ਜਗ੍ਹਾ 'ਤੇ ਕਾਫੀ ਰਿਐਕਟ ਕੀਤਾ, ਕਈ ਜਗ੍ਹਾ 'ਤੇ ਮਤਲਬ ਵਾਰਨ ਕਰਕੇ ਇੱਕ ਤਰੀਕਾ ਹੁੰਦਾ ਇੱਕ ਲੇਡੀ ਦਾ ਸਮਝਾਉਣ ਦਾ ਕਿ ਆਈ ਐਮ ਨਾਟ ਅਵੇਲੇਬਲ, ਜਸਟ ਬੀ ਕੇਅਰਫੁਲ। ਜੋਗਿੰਦਰ ਜੀ, ਘਰੇਲੂ ਜ਼ਿੰਦਗੀ ਕਿੱਦਾਂ ਚੱਲਦੀ ਹੈ ਫਿਰ ਜਦੋਂ ਪਤੀ ਪਤਨੀ ਦੋਵੇਂ ਪੱਤਰਕਾਰ ਹੋਣ, ਇੱਕੇ ਪੇਸ਼ੇ ਦੇ ਵਿੱਚ ਹੋਣ? ਸਾਡੇ ਤਾਂ ਕਿਉਂਕਿ ਇਸ ਪੇਸ਼ੇ ਦੇ ਵਿੱਚ ਸਮਾਂ ਨਹੀਂ ਮਿਲ ਪਾਉਂਦਾ ਬੰਦੇ ਨੂੰ, ਇੱਕ ਦੂਸਰੇ ਨੂੰ ਸਮਾਂ ਕਿੱਦਾਂ ਦਿੰਦੇ ਹੋ ਫਿਰ ਪਰਿਵਾਰ ਦੇ ਵਿੱਚ? ਕੰਚਨ ਮੈਮ ਹੁਣੀ ਸਮਾਂ ਦੇ ਪਾਉਂਦੇ ਘਰੇ? ਬਹੁਤ ਜ਼ਿਆਦਾ। ਇਨਫੈਕਟ ਕੰਚਨ ਦਾ ਅੱਜ ਕੱਲ੍ਹ ਤਾਂ ਵਰਕ ਫਰੋਮ ਹੋਮ ਚੱਲ ਰਿਹਾ ਕਰੋਨਾ ਕਰਕੇ, ਬਟ ਅਦਰਵਾਈਜ਼ ਆਲਸੋ ਐਜ਼ ਅ ਵਾਈਫ, ਐਜ਼ ਅ ਡਾਟਰ ਇਨ ਲਾਅ, ਇਹ ਮੇਰੇ ਤੋਂ 2 ਸਟੈਪ ਅੱਗੇ ਹੀ ਰਹੀ ਹੈਗੀ ਰਿਸਪੌਂਸਿਬਿਲਿਟੀ ਦੇ ਵਿੱਚ। ਮੇਰੇ ਮਦਰ ਨੇ ਅੱਜ ਪਿਛਲੇ 4 ਸਾਲ ਤੋਂ ਉਹ ਬੈੱਡ 'ਤੇ ਨੇ, ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀਗਾ, ਅਤੇ ਕੰਚਨ ਹੀ ਹੈ ਜਿਹਦੇ ਨਾਲ ਉਹ ਆਪਣੇ ਦਿਲ ਦੀ ਗੱਲ ਕਰਦੇ ਨੇ। ਉਸ ਤੋਂ ਪਹਿਲਾਂ ਵੀ ਉਹਨਾਂ ਨੇ ਜੇ ਫੋਨ ਕਰਨਾ ਹੈ ਜਾਂ ਉਹਨਾਂ ਨੇ ਕੋਈ ਗੱਲ ਕਰਨੀ ਹੈ ਤਾਂ ਕੰਚਨ ਨਾਲ ਹੀ ਸਲਾਹ ਹੁੰਦੀ ਸੀ। ਇਹਦੇ ਆਪਣੇ ਪਰਿਵਾਰ ਵਿੱਚ ਇਹਦੇ ਕੰਚਨ ਦੀ ਇੱਕ ਛੋਟੀ ਸਿਸਟਰ ਹੈ, ਛੋਟਾ ਬ੍ਰਦਰ ਹੈਗਾ, ਮੈਰਿਡ ਨੇ ਦੋਵੇਂ, ਫਾਦਰ ਰਿਟਾਇਰਡ ਨੇ ਏਅਰ ਫੋਰਸ 'ਚੋਂ। ਕਿਸੇ ਨੂੰ ਕਿਤੇ ਵੀ ਕੋਈ ਪ੍ਰੋਬਲਮ ਹੈ, ਕੋਈ ਸਲਾਹ ਹੈ, ਕੋਈ ਉਹਨਾਂ ਨਾਲ ਗੱਲ ਕਰਨੀ ਹੈ ਤਾਂ ਉਹ ਕੰਚਨ ਹੈਗੀ ਹੈ। ਐਂਡ ਤੁਸੀਂ ਦੇਖੋ ਕਿ ਇਹਨਾਂ ਦਾ ਅਖਬਾਰ ਰਾਤੀ 1:30 ਵਜੇ ਤੱਕ ਚੱਲਦਾ, ਇਹਨਾਂ ਨੂੰ ਸਟੋਰੀਜ਼ ਦਾ ਪਲੇਬੈਕ ਆਉਂਦਾ ਹੈਗਾ, ਹੈਡਿੰਗ ਤੱਕ ਇਹਨਾਂ ਨਾਲ ਡਿਸਕਸ਼ਨ ਦੇ ਨਾਲ ਚੱਲਦੇ ਹੈਗੇ ਨੇ। ਉਹਦੇ ਬਾਵਜੂਦ ਵੀ ਜੇ ਮੇਰੇ ਮਦਰ ਨੂੰ ਰਾਤ ਨੂੰ ਕੋਈ ਲੋੜ ਹੈਗੀ ਹੈ, ਬਿਕੋਜ਼ ਉਹ ਬੈੱਡ 'ਤੇ ਨੇ, ਉਹਨਾਂ ਕੋਲ ਅਟੈਂਡੈਂਟ ਹੈ 24 ਆਵਰਸ ਦੇ ਲਈ, ਬਟ ਸਟਿਲ ਜੋ ਤੁਹਾਡਾ ਆਪਣੀ ਬੱਚੇ ਤੁਹਾਡੀ ਕੇਅਰ ਕਰਨਗੇ, ਜੋ ਤੁਹਾਨੂੰ ਨੀਡਸ ਹੈਗੀਆਂ ਨੇ ਉਹਨਾਂ ਨੇ ਪੂਰੀ ਕਰਨੀਆਂ, ਤਾਂ ਉਹ 2:30 ਵਜੇ ਹੈ ਤਾਂ ਕੰਚਨ ਨੂੰ ਹੀ ਉਠਾਉਂਦੇ ਨੇ। ਐਂਡ ਸ਼ੀ ਇਜ਼ ਆਲਵੇਜ਼ ਦੇਅਰ, ਚਾਹੇ ਹਸਪੀਟਲ ਹੈ। ਈਵਨ ਹੁਣ ਕਰੋਨਾ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਸਨੇ ਜਿਵੇਂ ਤੁਸੀਂ ਬ੍ਰੇਕਿੰਗ ਨਿਊਜ਼ ਦੱਸਿਆ, ਉਹ ਮੇਰੇ ਤੋਂ ਵੱਧ ਤਾਂ ਕੋਈ ਨਹੀਂ ਜਾਣਦਾ, ਕਿਉਂਕਿ ਮੈਨੂੰ ਕਈ ਵਾਰੀ ਕੰਚਨ ਕਰਕੇ ਦਫ਼ਤਰ ਤੋਂ ਕਾਫੀ ਗਾਲਾਂ ਪੈਂਦੀਆਂ ਨੇ ਕਿ ਕੰਚਨ ਨੇ ਸਟੋਰੀ ਬ੍ਰੇਕ ਕਰਤੀ, ਆਪਣੇ ਅਖਬਾਰ ਵਿੱਚ ਸਟੋਰੀ ਹੈ ਨਹੀਂ। ਤੁਸੀਂ ਚੋਰੀ ਕਰਦੇ ਹੋ ਕੰਚਨ ਮੈਮ ਦੀਆਂ ਖਬਰਾਂ? ਆਈ ਵਿਸ਼ ਮੇਰਾ ਮਨ ਹੈ ਮੈਂ ਚਿਪ ਲਗਾ ਦਵਾਂ ਇਸ ਦੇ ਲੈਪਟਾਪ 'ਤੇ ਨਾ, ਪਰ ਇੱਕ ਤਾਂ ਸਾਡੀਆਂ ਬੀਟਸ ਡਿਫਰੈਂਟ ਹੈਗੀਆਂ ਨੇ ਥੋੜ੍ਹਾ। ਅਸੀਂ ਦੋਵੇਂ ਜਦੋਂ ਆਪਣਾ ਪ੍ਰੋਫੈਸ਼ਨਲ ਟਾਈਮ ਹੈ, ਫੋਨ ਕਾਲ ਅਸੀਂ ਇੱਕ ਕਮਰੇ 'ਚ ਬਹਿ ਕੇ ਨਹੀਂ ਕਰਦੇ ਹੈਗੇ, ਆਪਣੇ ਅਲੱਗ-ਅਲੱਗ ਕਮਰੇ ਵਿੱਚ ਕਰਦੇ ਹੈਗੇ, ਬਿਕੋਜ਼ ਪ੍ਰੋਫੈਸ਼ਨਲਿਜ਼ਮ ਬਹੁਤ ਇੰਪੋਰਟੈਂਟ ਹੈਗਾ। ਸੋ ਉਹਦੇ ਵੀ ਮੇਰੇ ਇੰਨੇ ਐਕਸਪੀਰੀਅੰਸ ਨੇ ਜਿਸ 'ਤੇ ਮੈਂ ਬਾਅਦ ਦੇ ਵਿੱਚ ਆਪਣੇ ਆਪ 'ਤੇ ਵਿਅੰਗ ਕਰਦੇ ਹੋਏ ਮਿਡਲਸ ਲਿਖੇ ਨੇ, ਕਹਾਣੀਆਂ ਲਿਖੀਆਂ ਨੇ, ਜਿਹੜੀ ਕਿਤਾਬ ਦੇ ਰੂਪ ਦੇ ਵਿੱਚ ਵੀ ਆਈ ਹੈ। ਪਰ ਮੈਂ ਸ਼ੁਰੂ ਤੋਂ ਹੀ, ਮੈਂ 8ਵੀਂ ਕਲਾਸ ਸੀ ਜਦੋਂ ਮੇਰੇ ਐਸੇ ਨੂੰ ਪਟਿਆਲੇ ਵਿੱਚੋਂ 2nd ਅਵਾਰਡ ਮਿਲਿਆ ਸੀਗਾ ਇੰਟਰ ਸਕੂਲ ਕੰਪੀਟੀਸ਼ਨ ਦੇ ਵਿੱਚ। ਉਹਦਾ ਮੈਨੂੰ ਹਜੇ ਵੀ ਯਾਦ ਹੈ, ਫਿਊਚਰ ਆਫ ਯੂਥ ਇਨ ਇੰਡੀਆ ਦੇ ਉੱਤੇ ਆਰਟੀਕਲ ਸੀਗਾ ਮੇਰਾ, ਅਤੇ ਮੇਰਾ ਟ੍ਰਿਬਿਊਨ ਦੇ ਵਿੱਚ ਫੀਚਰ ਛਪਦੇ ਸੀਗੇ, ਦੂਜੇ ਜਗ੍ਹਾ ਛਪਦੇ ਸੀਗੇ। ਅਤੇ ਸੋ ਮੇਰਾ ਸ਼ੁਰੂ ਤੋਂ ਹੀ ਮੈਨੂੰ ਪਤਾ ਸੀ ਕਿ ਮੈਂ ਜਰਨਲਿਸਟ ਹੀ ਬਣਨਾ ਹੈ। ਪਰ ਕੰਚਨ ਨੇ ਸਟੈਪ ਬਾਈ ਸਟੈਪ ਸਿੱਖਿਆ ਜਰਨਲਿਜ਼ਮ ਨੂੰ। ਤਾਂ ਇਸ ਵਕਤ ਮੈਨੂੰ ਜਦੋਂ ਇਸ ਦੀ ਤਾਰੀਫ ਹੁੰਦੀ ਹੈਗੀ, ਜਦੋਂ ਸਭ ਕੁਝ ਹੁੰਦਾ, ਤਾਂ ਮੈਨੂੰ ਮੇਰੇ ਤੋਂ ਬਾਅਦ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ। ਬਾਕੀ ਚੀਜ਼ਾਂ ਹੋਰ ਵੀ ਡਿਸਕਸ ਕਰਾਂਗੇ, ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕਰਨੀਆਂ, ਲੰਬਾ ਸਮਾਂ ਲੈਣਾ ਮੈਂ ਤੁਹਾਡਾ। ਔਰ ਮੈਂ ਇਹ ਚਾਹੁੰਦਾ ਕਿ ਜਿੱਦਾਂ ਕਿ ਹੁਣ ਦੀ ਗੱਲ ਕੀਤੀ ਜਾਵੇ, ਨਫ਼ਰਤ ਦੀ ਰਾਜਨੀਤੀ, ਭਾਵੇਂ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਨਫ਼ਰਤ ਦੀ ਰਾਜਨੀਤੀ ਹੁੰਦੀ ਹੈ, ਜਾਤਾਂ ਦੇ ਆਧਾਰ 'ਤੇ, ਵਰਗਾਂ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ। ਪਰ ਤੁਸੀਂ ਇੰਟਰ ਰਿਲੀਜਨ ਮੈਰਿਜ ਕੀਤੀ ਔਰ ਫਿਰ ਐਕਸੈਪਟ ਕੀਤਾ, ਜਾਂ ਠੀਕ ਠਾਕ, ਜਾਂ ਸ਼ੁਰੂਆਤ ਦੇ ਵਿੱਚ ਦਿੱਕਤਾਂ ਆਈਆਂ ਤੁਹਾਨੂੰ ਪਹਿਲਾਂ? ਹਾਂਜੀ, ਮੈਂ ਜੱਟ ਸਿੱਖ ਫੈਮਿਲੀ ਤੋਂ ਹਾਂ, ਕੰਚਨ ਬ੍ਰਾਹਮਣ ਨੇ, ਐਂਡ ਪ੍ਰੋਬਲਮਸ ਆਈਆਂ, ਯੈਸ, ਉਸ ਦਾ ਬੈਕਗਰਾਊਂਡ ਸੀਗਾ। ਇਨਫੈਕਟ ਸਾਡੇ ਦੋਵਾਂ ਦੇ ਫਾਦਰਸ ਨੇ ਬਹੁਤ ਪੋਜ਼ੀਟਿਵ ਅਤੇ ਇਨਫਲੂਐਂਸ਼ੀਅਲ ਰੋਲ ਪਲੇ ਕੀਤਾ ਇਹਦੇ ਵਿੱਚ। ਤਾਂ ਨੋਰਮਲੀ ਜਿਹੜੀ ਪ੍ਰੋਬਲਮ ਇਹ ਸੀਗੀ ਕਿ ਟੈਰਰਿਜ਼ਮ ਦੌਰਾਨ ਕੰਚਨ ਦੇ ਇੱਕ ਮਦਰ ਸਾਈਡ ਰਿਲੇਟਿਵਸ ਨੂੰ ਕਾਫੀ ਨੁਕਸਾਨ ਹੋਇਆ ਸੀਗਾ। ਸੋ ਇੱਕ ਉਹਨਾਂ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਦੇ ਮਨ ਦੇ ਵਿੱਚ ਬਿਟਰਨੈਸ ਸੀਗੀ। ਸੋ ਉਹ ਚਾਹੁੰਦੇ ਸੀ ਕਿ ਅਸੀਂ ਆਪਣੇ ਕਮਿਊਨਿਟੀ ਦੇ ਵਿੱਚ ਹੀ ਕਰੀਏ। ਇਸ ਨੂੰ ਮੈਂ ਪਸੰਦ ਆਇਆ, ਅਤੇ ਉਹ ਵੀ ਅਲੱਗ ਕਹਾਣੀ ਹੈਗੀ ਹੈ। ਤਾਂ ਅਸੀਂ ਫੈਮਿਲੀਜ਼ ਨਾਲ ਕਨਫਰੰਟੇਸ਼ਨ ਵਿੱਚ ਨਹੀਂ ਗਏ ਦੋਵੇਂ ਜਣੇ,
ਕੰਚਨ ਦੀ ਮਦਰ ਨੂੰ ਮਨਾਉਣਾ ਸਭ ਤੋਂ ਔਖਾ ਸੀਗਾ ਕਿਉਂਕਿ ਉਹਨਾਂ ਦੀ ਫੈਮਿਲੀ ਨੇ ਸਫਰ ਕੀਤਾ ਸੀਗਾ। ਸੋ ਉਹਨਾਂ ਨੂੰ ਅਸੀਂ ਪੇਸ਼ੈਂਟਲੀ ਮਨਾਉਂਦੇ ਰਹੇ ਤੇ ਇਵੈਂਚੁਅਲੀ ਉਹਨਾਂ ਨੇ ਦੇਖਿਆ ਕਿ ਅਸੀਂ ਦੋਵੇਂ ਬਹੁਤ ਕਮਿਟਡ ਹੈਗੇ ਆ। ਐਂਡ ਫਿਰ ਜਦੋਂ ਸਾਡੀ ਫੈਮਿਲੀਜ਼ ਮਿਲੀਆਂ ਤੇ ਉਹਨਾਂ ਦੇ ਵਿੱਚ ਇੱਕ ਗੱਲ ਦਾ ਕਲੈਸ਼ ਹੋਇਆ ਜੋ ਐਕਚੁਅਲੀ ਸਭ ਤੋਂ ਇੰਟਰਸਟਿੰਗ ਕਲੈਸ਼ ਹੈ। ਮੇਰੇ ਫਾਦਰ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਜੌਬ ਕੀਤੀ ਐਜ਼ ਵਾਲੀਬਾਲ ਕੋਚ ਸੀਗੇ ਉਹ, ਤੇ ਉਹਨਾਂ ਨੇ ਇਹ ਸ਼ਰਤ ਰੱਖੀ ਕਿ ਵਿਆਹ, ਅਸੀਂ ਸਿੱਖ ਹੈਗੇ ਆ ਪਰ ਵਿਆਹ ਹਿੰਦੂ ਰੀਤੀ ਰਿਵਾਜ ਨਾਲ ਹੋਏਗਾ, ਬਿਕੋਜ਼ ਹੀ ਵਾਂਟਡ ਕਿ ਇਹ ਪਰਿਵਾਰ ਇਹ ਸੋਚੇ ਕਿ ਤੁਹਾਡੇ ਰੀਤੀ ਰਿਵਾਜ ਸਾਡੇ ਲਈ ਸਾਡੇ ਤੋਂ ਵੀ ਇੰਪੋਰਟੈਂਟ ਨੇ। ਕੋਈ ਜ਼ਿੱਦ ਨਹੀਂ ਸੀਗੀ। ਕੰਚਨ ਦੇ ਫਾਦਰ ਜੋ ਹਿੰਦੂ ਨੇ ਉਹਨਾਂ ਨੇ ਕਿਹਾ ਕਿ ਨਹੀਂ, ਵਿਆਹ ਸਿੱਖ ਰੀਤੀ ਰਿਵਾਜ ਦੇ ਨਾਲ ਹੋਏਗਾ। ਹਾਂ, ਸੋ ਇਸ ਗੱਲ ਤੇ ਕਲੈਸ਼ ਹੋ ਗਿਆ। ਇਸ ਗੱਲ ਤੇ ਨਹੀਂ ਹੋਇਆ ਕਿ ਸਾਡਾ ਧਰਮ ਹੈ ਤਾਂ ਸਾਡੇ ਧਰਮ ਦੇ ਹਿਸਾਬ ਨਾਲ ਹੋਏਗਾ। ਕੰਚਨ ਨੇ ਆਪਣਾ ਮੇਡਨ ਨੇਮ ਵਾਸਦੇਵ ਰਿਟੇਨ ਕੀਤਾ ਹੋਇਆ ਹੈਗਾ, ਤੇ ਮੇਰੇ ਤਾਂ ਫਾਦਰ ਕਦੀ, ਅਸੀਂ ਆਪਣੀ ਕਾਸਟ ਲਗਾਉਂਦੇ ਨਹੀਂ ਸੀ। ਸਿੱਖੀਜ਼ਮ ਦੇ ਵਿੱਚ ਕਾਸਟ ਨਾਂ ਦੀ ਚੀਜ਼ ਹੈ ਹੀ ਨਹੀਂ, ਸੋ ਅਸੀਂ ਕਦੀ ਲਗਾਉਂਦੇ ਨਹੀਂ ਹੈਗੇ। ਤੇ ਇਹਨੂੰ ਕਦੀ ਵੀ ਕਿਸੇ ਨੇ ਨਹੀਂ ਕਿਹਾ ਹੈਗਾ ਕਿ ਤੂੰ ਆਪਣਾ ਨਾਮ ਚੇਂਜ ਕਰ ਔਰ ਸਮਥਿੰਗ। ਇਨਫੈਕਟ ਮੇਰੇ ਫਾਦਰ ਨੇ 84 ਰਾਈਟਸ ਦੇ ਵਿੱਚ ਉਹ ਕਾਫੀ ਸਫਰ ਕੀਤਾ ਉਹਨਾਂ ਨੇ। ਤੇ ਉਦੋਂ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮਤਲਬ ਉਹਦੇ ਜਿਹੜੇ 5-6 ਦਿਨ ਉਹ ਕਿਤੇ ਉਹਨਾਂ ਨੂੰ ਛੁਪ ਕੇ ਰਹਿਣਾ ਪਿਆ, ਤੇ ਕੁਝ ਹਿੰਦੂ ਫੈਮਿਲੀਜ਼ ਦੀ ਹੈਲਪ ਦੇ ਬਦੌਲਤ ਹੀ ਉਹ ਘਰ ਪਹੁੰਚੇ ਸੀਗੇ। ਤੇ ਉਹਨਾਂ ਨੇ ਆ ਕੇ ਇੱਕੋ ਹੀ ਗੱਲ ਕਹੀ ਕਿ ਮੇਰੇ 2 ਬੇਟੇ ਨੇ, ਮੈਂ ਇੱਕ ਬੇਟੇ ਦਾ ਹਿੰਦੂ ਪਰਿਵਾਰ 'ਚ ਹੀ ਮੈਰਿਜ ਕਰਾਂਗਾ, ਕੁੜੀ ਬॉयਕਟ ਹੋਏਗੀ ਤੇ ਜੀਨਸ ਪਾਉਂਦੀ ਹੋਏਗੀ। ਮੈਂ ਛੋਟਾ ਹੀ ਸੀਗਾ ਉਦੋਂ, ਮੈਂ ਹਾਰਡਲੀ 12-13 ਸਾਲ ਦਾ ਸੀਗਾ ਉਦੋਂ। ਸ਼ਾਇਦ ਉਹ ਇਮੇਜ ਮਨ 'ਚ ਰਹੀ। ਤੇ ਉਹ ਕਹਿੰਦੇ ਵੀ ਜਦੋਂ ਹਿੰਦੂ ਸਿੱਖਾਂ ਦੇ ਆਪਸੀ ਵਿਆਹ ਹੋਣਗੇ, ਇਕੱਲੇ ਹਿੰਦੂ ਸਿੱਖਾਂ ਦੇ ਨਹੀਂ, ਸਾਰੇ ਰਿਲੀਜਨ ਦੇ ਆਪਸੀ ਵਿਆਹ ਹੋਣਗੇ, ਤਾਂ ਫਿਰ ਦੰਗੇ ਕਿਵੇਂ ਹੋਣਗੇ। ਹੁਣ ਤੱਕ ਦੇ ਕੈਰੀਅਰ ਦੇ ਵਿੱਚ 40 ਤੋਂ ਵੱਧ ਪੁਲਿਸ ਦੇ ਮੁਲਾਜ਼ਮਾਂ ਦੀ ਨੌਕਰੀ ਲਈ ਹੈ ਤੁਸੀਂ, ਸਸਪੈਂਡ ਕਰਾ ਚੁੱਕੇ ਹੋ, ਡਿਸਮਿਸ ਕਰਾ ਚੁੱਕੇ ਹੋ 11-12 ਨੂੰ। ਇਹ ਕੀ ਕਹਾਣੀ ਸੀਗੀ ਪੂਰੀ, ਮਤਲਬ ਜਿਹੜਾ ਇੱਕ ਉਸ ਤੋਂ ਬਾਅਦ ਤੁਹਾਨੂੰ ਅੰਡਰਗਰਾਊਂਡ ਵੀ ਰਹਿਣਾ ਪੈਂਦਾ? ਹਾਂਜੀ, ਆਲਮੋਸਟ 40 ਦੇ ਕਰੀਬ ਸਸਪੈਂਡ ਹੋਏ ਨੇ। 11 ਇਹਨਾਂ ਤੋਂ ਵੱਖ ਸੀ ਜਿਹੜੇ ਡਿਸਮਿਸ ਹੋਏ ਸੀ ਸਿਰਫ ਇੱਕ ਸਟੋਰੀ ਤੇ। ਉਹ ਸਟੋਰੀ ਸੀਗੀ ਕਿ ਲੁਧਿਆਣੇ ਦੇ ਵਿੱਚ ਮਟਕਾ ਲੋਟਰੀ ਵਾਲੇ ਪੁਲਿਸ ਵਾਲੇ ਉਹਨਾਂ ਤੋਂ ਹਫਤਾ ਲੈਂਦੇ ਸੀਗੇ, ਜਿਸ ਦੀ ਕਿ ਲੋਟਰੀ ਵਾਲਿਆਂ ਨੇ ਵੀਡੀਓ ਰਿਕਾਰਡਿੰਗ ਕੀਤੀ ਹੋਈ ਸੀ ਆਪਣੇ ਆਫਿਸ ਦੇ CCTV ਕੈਮਰੇ ਤੋਂ। ਉਹ ਉਹਨਾਂ ਨੇ ਇਸ ਕਰਕੇ ਕੀਤੀ ਹੋਈ ਸੀਗੀ ਕਿ ਕੱਲ੍ਹ ਨੂੰ ਸਾਡਾ ਕੋਈ ਪੰਗਾ ਹੁੰਦਾ ਹੈ ਤੇ ਅਸੀਂ ਪੁਲਿਸ ਨੂੰ, ਮਤਲਬ ਉਹਨਾਂ ਨੇ ਕਰਨਾ ਸ਼ੁਰੂ ਵੀ ਕਰ ਦਿੱਤਾ ਸੀ ਪੁਲਿਸ ਨੂੰ ਬਲੈਕਮੇਲ, ਹਫਤਾ ਦੇਣ ਦੀ ਬਜਾਏ ਕਿ ਸਾਡੇ ਕੋਲ ਤੁਹਾਡੀ ਰਿਕਾਰਡਿੰਗ ਹੈਗੀ ਆ। ਉਹ ਸਮਹਾਉ ਉਹਨਾਂ ਵਿੱਚੋਂ ਇੱਕ ਜਿਹੜਾ ਲੋਟਰੀ ਸੈਲਰ ਸੀਗਾ ਸੁਭਾਸ਼ ਕੈਟੀ, ਉਸ ਨੂੰ ਡਰ ਲੱਗਿਆ ਕਿ ਮੈਨੂੰ ਪੁਲਿਸ ਐਲੀਮੀਨੇਟ ਕਰ ਦੇਗੀ ਬਿਕੋਜ਼ ਮੇਰੇ ਕੋਲ ਸਾਰਾ ਰਿਕਾਰਡ ਹੈ। ਸੋ ਉਸਨੇ ਉਹਦੀਆਂ ਕਾਪੀਆਂ ਹਾਈ ਕੋਰਟ ਨੂੰ ਭੇਜ ਦਿੱਤੀਆਂ, ਆਪਣੇ ਬੈਂਕ ਵਿੱਚ ਰੱਖੀਆਂ, ਤੇ ਉਸਨੇ ਜਿਹੜੀ ਰਿਕਾਰਡਿੰਗ ਦੀ CCTV ਤੋਂ ਸਾਰੀ ਉਸ ਦੀ CD ਬਣਾਉਣੀ ਸੀਗੀ, ਉਹ ਉਸਨੇ ਲੁਧਿਆਣੇ 'ਚ ਬਹੁਤ ਚੋਰ ਬਜ਼ਾਰੀ ਹੈ, ਜਿੰਨੀ ਪਾਇਰੇਸੀ ਦਾ ਕੰਮ ਹੁੰਦਾ ਸੀ ਉਹ ਲੁਧਿਆਣਾ ਹੀ ਹੁੰਦਾ ਸੀਗਾ। ਘਰ ਘਰ ਦੇ ਵਿੱਚ ਉੱਥੇ ਇੰਡਸਟਰੀਜ਼ ਲੱਗੀ ਹੋਈ ਸੀ ਇਸ ਚੀਜ਼ ਦੀ। ਸੋ ਮੇਰੇ ਇੱਕ ਫਰੈਂਡ ਦੇ ਕੋਲ ਹੀ ਉਹ CD ਦੀ ਕਾਪੀ ਬਣਾਉਣ ਆ ਗਿਆ। ਉਹਨੂੰ ਕਿਹਾ ਕਿ ਫਿਲਮ ਹੈਗੀ ਹੈ। ਸੋ ਮੇਰੇ ਫਰੈਂਡ ਨੂੰ ਲੱਗਿਆ ਵੀ ਕੁਝ ਸਸਪੀਸ਼ੀਅਸ ਹੈ, ਸੋ ਉਸਨੇ ਆਪਣੇ ਕੋਲ ਇੱਕ ਕਾਪੀ ਰੱਖ ਲਈ ਐਂਡ ਉਹ ਫਿਰ ਉਸਨੇ ਮੈਨੂੰ ਦਿਖਾਈ। ਦੈਨ ਲੇਟਰ ਔਨ ਅਸੀਂ ਇਨਵੈਸਟੀਗੇਟ ਜਦੋਂ ਕਰਨ ਚੱਲੇ ਤਾਂ ਉਹਦੇ ਇੰਨੇ ਲੇਅਰਸ ਨਿਕਲੇ ਕਿ ਇੱਕ ਪੂਰਾ ਇੱਕ ਵੈਲ ਆਇਲਡ ਰੈਕਟ ਹੈ ਪੁਲਿਸ ਦਾ। ਹਰ ਹਫਤੇ ਇੱਕ DSP ਲੈਵਲ ਦਾ ਅਫਸਰ ਇੱਕ ਲੋਟਰੀ ਸੈਲਰ ਕੋਲ ਜਾ ਰਿਹਾ ਹੈ, ਉਹਦੇ ਦਫ਼ਤਰ ਬੈਠ ਰਿਹਾ ਹੈ, ਉੱਥੇ ਕੋਲਡ ਡਰਿੰਕ ਆ ਰਿਹਾ, ਫਿਰ ਉਹ ਦਾਰੂ ਵੀ ਪੀ ਰਹੇ ਨੇ ਤੇ ਉਹਨਾਂ ਨੂੰ ਪੈਸੇ ਦੇ ਰਹੇ ਗਿਣ ਕੇ, ਪੂਰਾ ਹਿਸਾਬ ਹੋ ਰਿਹਾ, ਨੋਟ ਹੋ ਰਹੇ ਨੇ। ਐਂਡ ਤੁਸੀਂ ਪੁਲਿਸ ਨੂੰ ਕਹਿ ਰਹੇ ਹੋ ਕਿ ਸਾਡੀ ਤੁਸੀਂ ਸਿਕਿਉਰਿਟੀ ਕਰਦੇ ਹੈਗੇ ਹੋ, ਲਾਅ ਐਂਡ ਆਰਡਰ ਮੇਨਟੇਨ ਕਰੇਂਗੇ। ਇਟ ਇਜ਼ ਐਵਰੀਥਿੰਗ ਔਨ ਰਿਕਾਰਡ। ਸੋ ਮੇਰੇ ਉਸ ਖਬਰ ਦੇ ਉੱਤੇ ਕੁਝ ਸੀਨੀਅਰ ਅਫਸਰ ਕਾਫੀ ਨਾਰਾਜ਼ ਹੋਏ ਐਂਡ ਮੈਨੂੰ ਫਿਰ ਪੁਲਿਸ ਡਿਪਾਰਟਮੈਂਟ ਤੋਂ ਹੀ ਇਨਫੋਰਮੇਸ਼ਨ ਆਈ ਕਿ ਮੈਨੂੰ ਸ਼ਾਇਦ ਅਰੈਸਟ ਕਰ ਲਿੱਤਾ ਜਾਏਗਾ ਕਿਸੇ ਝੂਠੇ ਕੇਸ ਦੇ ਵਿੱਚ, ਤੇ ਕੁਝ ਰੇਡਿੰਗ ਪਾਰਟੀਜ਼ ਹੋ ਗਈਆਂ ਨੇ, ਤਿਆਰ ਕਰ ਦਿੱਤੀਆਂ ਗਈਆਂ, ਜਿਹੜੇ ਤੁਹਾਡੇ ਦਫ਼ਤਰ, ਤੁਹਾਡੇ ਘਰ, ਤੁਹਾਡੇ ਇਨ-ਲॉज ਦੇ ਘਰ, ਤੁਹਾਡੇ ਪੇਰੈਂਟਸ ਦੇ ਘਰ ਰੇਡਸ ਕੀਤੀਆਂ ਜਾ ਸਕਦੀਆਂ ਤੇ ਤੁਸੀਂ ਅੰਡਰਗਰਾਊਂਡ ਹੋ ਜਾਓ। ਸੋ ਇੱਕ ਹਫਤਾ ਮੈਂ ਕੰਚਨ ਅਤੇ ਕੰਚਨ ਦੀ ਸਿਸਟਰ ਜੋ ਉਸ ਟਾਈਮ ਉਹ ਵੀ ਲੁਧਿਆਣੇ ਵਿੱਚ ਹੀ ਜੌਬ ਕਰਦੇ ਸੀ ਪ੍ਰਾਈਵੇਟ ਫਰਮ ਦੇ ਵਿੱਚ। ਸੋ ਉਹ ਕਾਫੀ ਇੰਟਰਸਟਿੰਗ ਐਕਸਪੀਰੀਅੰਸ ਰਿਹਾ, ਕਾਰ ਦੇ ਵਿੱਚ ਹੀ ਰਹਿਣਾ, ਜਗ੍ਹਾ ਬਦਲ ਕੇ ਰਹਿਣਾ। ਸੋ ਇੱਕ ਹਫਤੇ ਦੇ ਕਰੀਬ ਹੋਇਆ। ਉਸ ਤੋਂ ਬਾਅਦ ਚੀਫ ਮਿਨਿਸਟਰ ਉਦੋਂ ਕੈਪਟਨ ਅਮਰਿੰਦਰ ਸਿੰਘ ਹੀ ਸੀਗੇ, ਸੋ ਉਹਨਾਂ ਨੇ ਇੰਟਰਵੀਨ ਕੀਤਾ ਸਾਰੇ ਕੇਸ ਦੇ ਵਿੱਚ ਐਂਡ ਇਵੈਂਚੁਅਲੀ ਹਾਈ ਕੋਰਟ ਨੇ ਉਹ 11 ਪੁਲਿਸ ਆਫਿਸਰਸ ਇੰਕਲੂਡਿੰਗ DSP ਨੂੰ ਡਿਸਮਿਸ ਕੀਤਾ ਹੈਗਾ।
ਸੋ ਵਿਚ ਅਪਹੈਲਡ ਮਾਈ ਰਿਪੋਰਟ ਐਂਡ ਮਾਈ ਇਨਵੈਸਟੀਗੇਸ਼ਨ। ਫਿਰ ਜਦੋਂ ਸਸਪੈਂਡ ਉਹਨਾਂ ਨੂੰ ਕੀਤਾ ਗਿਆ ਤਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਰਦ ਹੋਇਆ ਹੋਣਾ, ਇਹ ਵਜ੍ਹਾ ਕੀ ਮੰਨਦੇ ਹੋ ਫਿਰ ਇਹੋ ਜੀ ਪਰਚਾ ਪੋਲਿਟਿਕਸ ਤਾਂ ਹੁਣ ਵੀ ਚੱਲ ਰਹੀ ਹੈ। ਲੋਕ ਕਹਿੰਦੇ ਕਿ ਸਾਡੇ ਤੇ ਲੀਡਰਾਂ ਨੇ ਝੂਠੇ ਪਰਚੇ ਕਰਵਾ ਦਿੱਤੇ, ਇੱਕ ਪੱਤਰਕਾਰ ਨੂੰ 7 ਦਿਨ ਅੰਡਰਗਰਾਉਂਡ ਰਹਿਣਾ ਪੈਂਦਾ। ਹਾਂ ਬਿਲਕੁਲ ਬਿਲਕੁਲ, ਪੁਲਿਸ ਕੋਲ ਨਾ ਬਹੁਤ ਅਨਬ੍ਰਿਡਲਡ ਪਾਵਰ ਹੈਗੀਆਂ ਨੇ। ਤੁਸੀਂ ਜਿੰਨਾ ਮਰਜ਼ੀ ਹਿਊਮਨ ਰਾਈਟਸ ਦਾ ਲਾਅ ਦਾ ਕੁਝ ਵੀ ਕਰ ਲਓ, ਇਟ ਇਜ਼ ਵੈਰੀ ਈਜ਼ੀ ਕਿਸੇ ਨੂੰ ਤੁਸੀਂ ਕਿਸੇ ਵੀ ਕੇਸ ਕਦੀ ਵੀ ਕਰ ਦਿਓ। ਅਤੇ FIR ਇੱਕ ਇਹੋ ਜਿਹਾ ਡਾਕੂਮੈਂਟ ਹੈ, ਉਹ ਤੁਹਾਡਾ ਮਤਲਬ ਤੁਹਾਡੇ ਗਲੋਂ ਨਹੀਂ ਉਤਰਦਾ ਹੈਗਾ, ਉਹ ਬਹੁਤ ਮੁਸ਼ਕਿਲ ਨਾਲ ਤੁਹਾਡੇ ਗਲੋਂ ਉਤਰਦਾ ਹੈਗਾ। FIR ਇੱਕ, ਹਾਲਾਂਕਿ ਉਸਨੂੰ ਇਟਸ ਜਸਟ ਅ ਫਸਟ ਇਨਫੋਰਮੇਸ਼ਨ ਰਿਪੋਰਟ, ਪਰ ਬੰਦੇ ਤੇ FIR ਹੋਈ ਹੈਗੀ ਹੈ, ਤੁਸੀਂ ਕਰਨਾ ਬਾਅਦ ਵਿੱਚ ਕੋਰਟ ਵਿੱਚ ਇਨੋਸੈਂਟ ਹੋਈ ਜਾਵੇ, ਇਨਫੈਕਟ ਉਹ ਬੰਦਾ ਲਾਈਫ ਲੌਂਗ ਦੇ ਲਈ ਬ੍ਰਾਂਡਡ ਹੀ ਹੋ ਜਾਂਦਾ ਹੈਗਾ। ਇਹ ਬੜਾ ਦੁਖਾਂਤ ਹੈ, ਪਰ ਐਟ ਦੀ ਸੇਮ ਟਾਈਮ ਜਿਵੇਂ ਕੰਚਨ ਨੇ ਦੱਸਿਆ ਕਿ ਥ੍ਰੈਟਸ ਵਗੈਰਾ, ਮਤਲਬ ਫਰੈਂਡਲੀ ਐਡਵਾਈਜ਼ਰੀਜ਼ ਆਉਂਦੀਆਂ ਹੁੰਦੀਆਂ ਤੁਹਾਨੂੰ ਨਾ, ਵੀ ਪਲੀਜ਼ ਇਹਦੇ ਨਾਲ ਪੰਗਾ ਨਾ ਲਓ, ਉੱਧਰ ਨਾ ਲਿਖੋ। ਜਿਵੇਂ ਕਿ ਦੁਰਾਂਗਲਾ ਜਦੋਂ ਟੈਰਰਿਸਟ ਅਟੈਕ ਹੋਇਆ ਸੀਗਾ, ਅਤੇ ਮੇਰੀਆਂ ਖਬਰਾਂ ਬਹੁਤ ਕ੍ਰਿਟੀਕਲ ਰਹੀਆਂ ਸੀ ਔਨ ਪੁਲਿਸ ਆਪਰੇਸ਼ਨ, ਬਿਕੋਜ਼ ਪੁਲਿਸ ਨੇ, ਆਰਮੀ ਵਾਜ਼ ਔਨ ਸਟੈਂਡ ਬਾਏ, 200 ਆਰਮੀ ਦੇ ਸੋਲਜਰਸ ਇੰਕਲੂਡਿੰਗ ਉਹਨਾਂ ਦੇ ਹੈਲੀਕਾਪਟਰਸ ਐਂਡ ਕਮਾਂਡੋਜ਼ ਵਰ ਰੈਡੀ ਕਿ ਉਹ ਦੁਰਾਂਗਲਾ ਥਾਣੇ ਦੇ ਵਿੱਚ ਉਹਨਾਂ ਟੈਰਰਿਸਟਾਂ ਨੂੰ, ਜਿਹੜੇ ਲਸ਼ਕਰ ਤਾਇਬਾ ਦੇ ਸੀ, ਉਹਨਾਂ ਨੂੰ ਪਕੜਨ। ਐਂਡ ਪੁਲਿਸ ਉੱਥੇ ਉਹ ਇੱਕ ਫਿਲਮੀ ਸ਼ੋਅ ਬਣਾ ਰਹੀ ਹੈ ਕਿ ਵੀ ਵਿਲ ਡੂ ਦਿਸ, ਯੂ ਆਰ ਨਾਟ ਟ੍ਰੇਨਡ ਟੂ ਹੈਂਡਲ ਥੀਸ ਟੈਰਰਿਸਟ। ਸੋ ਅਸੀਂ ਜਦੋਂ ਉਹਨਾਂ ਨੂੰ ਕ੍ਰਿਟੀਕਲ ਹੋਇਆ, ਅਤੇ ਮੇਰੇ ਤੇ ਉੱਥੇ ਵੀ 2 ਮੁਲਾਜ਼ਮਾਂ ਨੇ ਕੇਸ ਕਰ ਦਿੱਤੇ। ਸੋ ਗੁਰਦਾਸਪੁਰ ਵੀ ਮੈਂ ਉਹ ਭੁਗਤਿਆ, ਹਰ ਜਗ੍ਹਾ ਭੁਗਤਿਆ। ਪਰ ਮੈਨੂੰ ਜੇ ਮੈਂ ਕਹਾਂ ਕਿ ਮੇਰੀ ਹੈਲਪ ਵੀ ਪੁਲਿਸ ਡਿਪਾਰਟਮੈਂਟ ਵਿੱਚੋਂ ਹੀ ਹੋਈ, ਮੈਨੂੰ ਟਾਈਮਲੀ ਇਨਫੋਰਮੇਸ਼ਨ ਮਿਲਦੀ ਸੀ, ਮੈਨੂੰ ਡਾਕੂਮੈਂਟਸ ਨੇ ਦਿੱਤੇ। ਮੇਰੇ ਤੇ ਬਹੁਤ ਕੇਸ ਹੋਏ ਨੇ, ਮੇਰੇ ਤੇ ਆਈ ਥਿੰਕ ਟ੍ਰਿਬਿਊਨ ਦੇ ਵਿੱਚ ਸ਼ਾਇਦ ਮੇਰਾ ਹੀ ਰਿਕਾਰਡ ਹੈ ਜਿਸ 'ਤੇ ਸਭ ਤੋਂ ਵੱਡਾ ਡੈਫੇਮੇਸ਼ਨ ਕੇਸ ਹੋਏ ਹੋਣ, ਪਰ ਕਿਸੇ ਵੀ ਕੇਸ ਦੇ ਵਿੱਚ ਰੱਬ ਦੀ ਮਿਹਰ ਦੇ ਨਾਲ ਮੈਨੂੰ ਦੂਜੀ ਵਾਰ ਪੇਸ਼ ਨਹੀਂ ਹੋਣਾ ਪਿਆ। ਉਹ ਪਹਿਲੀ ਪੇਸ਼ੀ 'ਤੇ ਜੱਜ ਸਾਹਿਬ ਨੂੰ ਡਾਕੂਮੈਂਟ ਦਿਖਾਉਂਦੇ ਸੀ, ਇਹਨਾਂ ਦੇ ਉੱਤੇ ਸਟੋਰੀ ਕੀਤੀ ਹੈ। ਸੋ ਦੂਜੀ ਪੇਸ਼ੀ ਕਦੀ ਵੀ ਨਹੀਂ ਹੋਈ ਹੈਗੀ। ਇੱਕ ਪੇਸ਼ੀ ਤਾਂ ਬਹੁਤ ਚਰਚਿਤ ਰਹੀ, ਜਦੋਂ ਕੰਚਨ ਨੇ ਉਹ ਕੋਰਟ ਵਾਲਾ ਇਨਸੀਡੈਂਟ ਕੀਤਾ ਹੈਗਾ। ਸੋ ਇਹ ਜਰਨਲਿਸਟਾਂ ਦੇ ਲਈ, ਜਿਵੇਂ ਤੁਸੀਂ ਲੇਡੀ ਜਰਨਲਿਸਟ ਨੂੰ ਤਾਂ ਬਹੁਤ ਹੀ ਜ਼ਿਆਦਾ ਸਟ੍ਰੇਟ ਲਾਈਨ 'ਤੇ ਚੱਲਣਾ ਪੈਂਦਾ, ਪਰ ਅਦਰਵਾਈਜ਼ ਆਲਸੋ ਇਹ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹਦੇ 'ਚ ਤੁਸੀਂ, ਪਹਿਲੀ ਗੱਲ ਤਾਂ ਤੁਸੀਂ ਟ੍ਰੇਨਡ ਹੁੰਦੇ ਨਹੀਂ ਜਰਨਲਿਸਟ, ਡਿਗਰੀ ਕਰਕੇ ਕੋਈ ਜਰਨਲਿਸਟ ਨਹੀਂ ਬਣ ਸਕਦਾ, ਤੁਹਾਨੂੰ ਗਰਾਊਂਡ 'ਤੇ ਧੱਕੇ ਖਾਣੇ ਪੈਂਦੇ ਨੇ। ਤੁਹਾਨੂੰ ਕੋਈ FIR ਨਹੀਂ ਸਮਝਾਉਂਦਾ ਕਿਸੇ ਵੀ ਕੋਈ ਡਿਗਰੀ ਦੇ ਵਿੱਚ, ਕੋਈ ਤੁਹਾਨੂੰ FIR ਦੇ ਅੰਦਰ ਕਿੰਨੇ ਕਾਲਮ ਹੁੰਦੇ ਆ, ਕੋਈ ਤੁਹਾਨੂੰ ਇਹ ਨਹੀਂ ਦੱਸਦਾ ਕਿ ਥਾਣਿਆਂ ਦੇ ਵਿੱਚ 25 ਰਜਿਸਟਰ ਮੇਨਟੇਨ ਹੁੰਦੇ ਆ, ਪੰਜਾਬ 'ਚ 25 ਹੁੰਦੇ ਆ, ਹਿਮਾਚਲ 26 ਕਰਦਾ ਹੈਗਾ, ਉਹਨਾਂ ਵਿੱਚ ਕੀ ਹੁੰਦਾ। ਵਰਕਿੰਗ ਤੁਸੀਂ ਡੇ ਟੂ ਡੇ ਸਿੱਖਦੇ, ਐਵਰੀ ਡੇ ਤੁਹਾਡੇ ਲਈ ਲਰਨਿੰਗ ਹੈਗੀ ਹੈ ਜਰਨਲਿਜ਼ਮ ਦੇ। ਡਰ ਲੱਗਿਆ ਸੀ ਕੰਚਨ ਜੀ ਉਦੋਂ, ਫਿਰ ਜਦੋਂ ਅੰਡਰਗਰਾਉਂਡ ਰਹੇ ਤੁਸੀਂ, ਪੂਰਾ ਪਰਿਵਾਰ 7 ਦਿਨ ਅੰਡਰਗਰਾਉਂਡ ਰਹੇ, ਲੱਗਿਆ ਨਹੀਂ ਵੀ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਆ ਗਏ ਆ? ਇੱਕ ਬੰਦੇ ਨੂੰ ਤਾਂ ਘਰ ਸਾਂਭਣਾ ਚਾਹੀਦਾ, ਪਰ ਆਪਾਂ ਦੋਵੇਂ ਭੱਜੇ ਫਿਰਦੇ ਆ, ਫਰਾਰ ਹੋਏ ਆ ਪੁਲਿਸ ਤੋਂ। ਐਕਚੁਅਲੀ ਇਕੱਠੇ ਸੀਗੇ ਤਾਂ ਡਿਫਿਕਲਟ ਟਾਈਮਸ ਵੀ ਲੰਘ ਜਾਂਦੇ ਹੁੰਦੇ ਆ, ਮਤਲਬ ਉਦੋਂ ਯੰਗ ਸੀ ਕਾਫੀ, ਹੁਣ ਤਾਂ ਚਲੋ ਐਕਸਪੀਰੀਅੰਸ ਹੋ ਗਿਆ, ਪਤਾ ਹੈ ਕਿ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾ, ਇਹ ਸਭ ਚੱਲਦਾ ਰਹਿੰਦਾ। ਉਸ ਟਾਈਮ ਲੱਗਿਆ ਸੀ ਕਿ ਹਾਂ ਇਹ ਕੀ ਲਾਈਫ ਹੈ, ਭੱਜੇ ਜਾ ਰਿਹਾ। ਇਨਫੈਕਟ ਸਾਡੇ ਤੋਂ ਜ਼ਿਆਦਾ ਸਾਡੀ ਸਿਸਟਰ ਨੂੰ ਲੱਗਦਾ ਹੁੰਦਾ ਸੀ, ਉਹ ਬੋਲਦੀ ਸੀ ਕਿ ਕੀ ਖਬਰਾਂ ਕਰਦੇ ਰਹਿੰਦੇ ਹੋ ਤੁਸੀਂ, ਕੋਈ ਚੰਗੀ ਖਬਰ ਨਹੀਂ ਲਿਖ ਸਕਦੇ ਜਿਹਦੇ ਨਾਲ ਤੁਹਾਡੇ ਲੋਕ ਫਰੈਂਡ ਬਣਨ, ਰਾਦਰ ਕਿ ਤੁਹਾਡੇ ਦੁਸ਼ਮਣ ਬਣਨ, ਤੇ ਤੁਸੀਂ ਭੱਜੇ ਫਿਰੋ। ਪਰ ਜ਼ਿਆਦਾਤਰ ਹੁਣ ਪੱਤਰਕਾਰੀ ਇਹੋ ਹੀ ਹੋ ਰਹੀ ਹੈ ਕਿ ਫਲਾਣੇ ਨੂੰ ਖੁਸ਼ ਕਰ ਦਿਓ, ਬਸ ਠੀਕ ਠਾਕ ਹੈ ਇਹ ਗੱਲ। ਪਰ ਬਹੁਤ ਘੱਟ ਲੋਕ ਨੇ ਜਿਹੜੇ ਮਤਲਬ ਚੈਲੰਜ ਐਕਸੈਪਟ ਕਰਦੇ ਨੇ। ਜਪਿੰਦਰ ਜੀ, ਤੁਸੀਂ ਲਸ਼ਕਰ ਤਾਇਬਾ ਦੇ ਕਮਾਂਡਰਸ ਦਾ ਵੀ ਇੰਟਰਵਿਊ ਕੀਤਾ, 2 ਰਾਤਾਂ ਤੁਸੀਂ ਰਹੇ ਸੀਗੇ, ਔਰ 2 ਰਾਤਾਂ ਰਹਿ ਕੇ ਉੱਥੇ ਇੰਟਰਵਿਊ ਕੀਤੇ, ਫਿਰ ਤੁਸੀਂ ਬੰਕਰ ਦੇ ਵਿੱਚ ਰਹੇ ਹੋ 2 ਰਾਤਾਂ ਤੁਸੀਂ? ਹਾਂਜੀ, ਮੈਂ 2003 ਦੇ, ਮੇਰੇ ਕਸ਼ਮੀਰ 'ਚ 2 ਸਟਿੰਟ ਰਹੇ ਨੇ। ਇੱਕ ਤਾਂ ਮੈਂ 2009 ਤੋਂ 2012 3 ਸਾਲ ਉੱਥੇ ਜੰਮੂ ਦਾ ਬਿਊਰੋ ਚੀਫ ਸੀਗਾ, ਜਿਹਦੇ ਵਿੱਚ ਮੈਂ ਲੱਦਾਖ ਅਤੇ ਕਸ਼ਮੀਰ ਕਾਫੀ ਐਕਸਟੈਂਸਿਵਲੀ ਰਿਪੋਰਟ ਕੀਤਾ। ਲੱਦਾਖ ਦਾ ਕਲਾਊਡ ਬਰਸਟ ਵੀ ਮੈਂ ਰਿਪੋਰਟ ਕੀਤਾ ਸੀਗਾ। ਉੱਥੋਂ ਦੇ ਕਈ ਪਿੰਡ ਨੇ ਜਿੱਥੇ ਆਰਮੀ ਤੋਂ ਪਹਿਲਾਂ ਮੈਂ ਪਹੁੰਚਿਆ ਹੋਇਆ ਸੀਗਾ, ਜਿਸ ਕਰਕੇ ਮੈਨੂੰ ਕਲਾਈਮੇਟ ਆਲਟੀਟਿਊਡ ਸਿਕਨੈਸ ਵੀ ਹੋ ਗਈ ਸੀ, ਮੈਨੂੰ ਹਸਪੀਟਲ ਵੀ ਰਹਿਣਾ ਪਿਆ ਸੀਗਾ। ਅਤੇ ਮੈਂ ਫਿਰ ਨੈਕਸਟ ਈਅਰ ਬਾਏ ਰੋਡ ਵੀ ਗਿਆ ਉੱਥੇ। ਮੈਂ 2003 ਦੇ ਵਿੱਚ ਸਾਡੇ ਉੱਥੋਂ ਦੇ ਰਿਪੋਰਟਰ ਇੰਜਰਡ ਹੋ ਗਏ ਸੀ ਗ੍ਰੇਨੇਡ ਅਟੈਕ ਦੇ ਵਿੱਚ। ਸੋ ਕੋਈ ਰਿਪੋਰਟਰ ਚਾਹੀਦਾ ਸੀ ਜਿਹੜਾ ਇੱਥੋਂ ਜਾ ਕੇ ਉੱਥੇ ਕਵਰ ਕਰ ਲੈਂਦਾ। ਕਸ਼ਮੀਰ 2003 ਦੇ ਵਿੱਚ ਬਹੁਤ ਬੁਰਾ ਹਾਲ ਸੀਗਾ ਉੱਥੇ। ਐਂਡ ਸੋ ਮੈਂ ਵਲੰਟੀਅਰ ਕੀਤਾ ਸੀ। ਮੈਂ ਉਦੋਂ ਕੋਈ 2 ਮਹੀਨੇ ਉੱਥੇ ਰਿਹਾ, ਜਿਹਦੇ ਵਿੱਚ ਮੈਂ ਸੁਲਤਾਨ ਟੱਕੀ ਪਿੰਡ ਹੈ ਬਿਲਕੁਲ ਊੜੀ ਦੇ ਵਿੱਚ, ਉਰੀ ਤਾਂ ਹੁਣ ਪੋਪੂਲਰ ਹੈ ਬਿਕੋਜ਼ ਆਫ ਸਰਜੀਕਲ ਸਟਰਾਈਕਸ ਜਾਂ ਐਵਰੀਥਿੰਗ।
ਪਰ ਸੁਲਤਾਨ ਟੱਕੀ ਕਿਹੋ ਜਿਹਾ ਪਿੰਡ ਹੈਗਾ ਜਿਹੜਾ 3 ਸਾਈਡ ਤੋਂ ਪਾਕਿਸਤਾਨ ਵੱਲੋਂ ਕਵਰ ਕੀਤਾ, ਪਾਕਿਸਤਾਨ ਲੈਂਡ ਨੇ ਉਸ ਨੂੰ ਕਵਰ ਕੀਤਾ ਹੋਇਆ ਹੈਗਾ। ਉਸ ਪਿੰਡ ਦੀ ਖਾਸੀਅਤ ਇਹ ਹੈ ਕਿ ਉੱਥੇ ਹਰ ਘਰ ਦੇ ਵਿੱਚ ਇੱਕ ਲਸ਼ਕਰ ਏ ਤਾਇਬਾ ਕਮਾਂਡਰ ਹੈਗਾ, ਅਤੇ ਉੱਥੋਂ ਦਾ ਜਿਹੜਾ ਉਸ ਏਰੀਆ ਦਾ ਜਿਹੜਾ ਥਾਣਾ ਸੀ ਉਹ ਵੀ 1992 ਦੇ ਵਿੱਚ ਪੂਰਾ ਥਾਣਾ ਹੀ ਪਾਕਿਸਤਾਨ ਮਾਈਗ੍ਰੇਟ ਕਰ ਗਿਆ ਸੀ, ਬਿਕੋਜ਼ ਦੇ ਥੋਟ ਕਿ ਇਹ ਤਾਂ ਹੁਣ ਕਸ਼ਮੀਰ ਪਾਕਿਸਤਾਨ 'ਚ ਚਲਾ ਗਿਆ ਹੈ ਅਤੇ ਅਸੀਂ ਪਹਿਲਾਂ ਜਾ ਕੇ ਉੱਥੇ ਆਪਣੀ ਤਿਆਰੀ ਤੁਰੀ ਕਰੀਏ, ਨਾਟ ਐਜ਼ ਅ ਪੁਲਿਸ ਅਫਸਰ ਬਟ ਪਰਸਨਲੀ ਲੈਂਡ ਵਗੈਰਾ ਦੇਖੀ। ਉਹ ਸਾਰੇ ਥਾਣੇ ਵਾਲੇ ਮੁਲਾਜ਼ਮ ਹਜੇ ਤੱਕ ਵਾਪਸ ਨਹੀਂ ਆਏ ਹੈਗੇ। ਸੋ ਉੱਥੋਂ ਦੀ ਉਸ ਸੁਲਤਾਨ ਟੱਕੀ ਪਿੰਡ ਦੇ ਹਰ ਘਰ ਦੀ ਕਹਾਣੀ ਹੈ। ਉੱਥੇ ਜਿੰਨੇ ਵੀ ਮਿਜ਼ਾਈਲ ਅਟੈਕ ਹੁੰਦੇ ਨੇ, ਰੌਕਟ ਅਟੈਕਸ ਹੁੰਦੇ ਨੇ, ਉਸ ਪਿੰਡ ਦੇ ਉੱਤੇ ਗਿਰਦੇ ਨੇ। ਹੁਣ ਇੰਡੀਅਨ ਆਰਮੀ ਨੇ ਉੱਥੇ ਪਹਾੜ ਕੱਟ ਕੇ ਉਹਨਾਂ ਨੇ ਅੰਦਰ ਆਪਣੇ ਰਹਿਣ ਦੇ ਬਣਾਇਆ ਹੋਇਆ ਬੰਕਰਸ ਬਣਾਏ ਹੋਏ ਨੇ। ਸੋ ਉੱਥੇ ਬੰਕਰਸ ਮੈਂ 2 ਰਾਤਾਂ ਰਿਹਾ, ਉੱਥੋਂ ਦੀ ਮੈਂ ਰਿਪੋਰਟਿੰਗ ਕੀਤੀ ਹੈਗੀ ਹੈ। ਮੈਂ ਪੂਰੀ ਲਾਈਵ ਬੋਂਬਿੰਗ ਵੀ ਦੇਖੀ ਹੈਗੀ ਹੈ। ਸਗੋਂ ਉਹ ਬਿਲਕੁਲ LOC ਦੇ ਉੱਤੇ ਮੈਂ ਕੈਪਟਨ ਦੇ ਨਾਲ ਚੈਸ ਦੀਆਂ ਗੇਮਾਂ ਵੀ ਖੇਲੀਆਂ, ਜਿਸ ਦੇ ਬਾਅਦ 'ਚ ਮੈਂ ਕਹਾਣੀ ਵੀ ਲਿਖੀ ਹੈ। ਸੋ ਇਹ ਲਸ਼ਕਰ ਏ ਤਾਇਬਾ ਕਮਾਂਡਰਸ ਨੂੰ ਇੰਟਰਵਿਊ ਕਰਨਾ ਬਹੁਤ ਚੈਲੰਜਿੰਗ ਸੀਗਾ, ਕਿਉਂਕਿ ਤੁਸੀਂ ਸ਼੍ਰੀਨਗਰ ਜਿਹੜੇ ਰਿਪੋਰਟਰਸ ਗਏ ਨੇ ਉਹ ਗੱਲ ਨੂੰ ਉਹ ਅੰਡਰਸਟੈਂਡ ਕਰਨਗੇ ਇਸ ਦੀ ਪ੍ਰੋਬਲਮ ਨੂੰ, ਕਿ ਉਹ ਤੁਹਾਨੂੰ ਅਪਰੋਚ ਕਰਦੇ ਨੇ ਜਦੋਂ ਵੀ ਕੋਈ ਬਾਹਰੋਂ ਜਰਨਲਿਸਟ ਆਉਂਦਾ, ਤੁਸੀਂ ਨਹੀਂ ਉਹਨਾਂ ਨੂੰ ਲੱਭ ਸਕਦੇ। ਸੋ ਇੱਕ ਵਾਰੀ ਉਹ ਤੁਹਾਨੂੰ ਮਿਲਦੇ ਨੇ, ਫਿਰ ਤੁਸੀਂ ਹੌਲੀ ਹੌਲੀ ਉਹਨਾਂ ਨੂੰ ਮਿਲਣਾ ਸ਼ੁਰੂ ਕਰਦੇ ਹੋ। ਸੋ ਪੱਪੂ ਕਿਸ਼ਤਵਾੜੀ ਸੀਗਾ ਕਿ ਮੇਨ ਲਸ਼ਕਰ ਏ ਤਾਇਬਾ ਕਮਾਂਡਰ, ਜੋ ਬਾਅਦ ਦੇ ਵਿੱਚ ਇੰਡੀਅਨ ਸਾਈਡ ਦੇ ਉੱਤੇ ਆ ਗਏ ਸੀਗੇ, ਅਤੇ ਉਹਨਾਂ ਨੇ ਕਾਫੀ ਹੈਲਪ ਕੀਤੀ ਪਾਕਿਸਤਾਨ ਝੰਡਿਆਂ ਨੂੰ ਉਤਾਰਨ ਦੇ ਵਿੱਚ ਅਰਾਊਂਡ ਸ਼੍ਰੀਨਗਰ। ਪੱਪੂ ਕਿਸ਼ਤਵਾੜੀ ਦਾ ਬਹੁਤ ਨਾਂ ਸੀਗਾ, ਅਤੇ ਸੋ ਉਹਨਾਂ ਨੂੰ ਮੈਂ ਇੰਟਰਵਿਊ ਕੀਤਾ। ਮੈਂ ਮਤਲਬ ਉਹਨਾਂ ਦੇ ਗਨਮੈਨ ਨਾਲ ਖੜ੍ਹੇ ਨੇ, ਉਹਨਾਂ ਕੋਲ ਗਨਜ਼ ਹੈਗੀਆਂ ਨੇ, ਅਤੇ ਕਮਰੇ 'ਚ ਉਹ ਬੈਠੇ ਨੇ। ਬਹੁਤ ਹੀ ਡਿਫਰੈਂਟ ਐਕਸਪੀਰੀਅੰਸ ਸੀਗਾ। ਤੁਸੀਂ ਪੁਲਿਸ ਆਫਿਸਰ ਦੇ ਕੋਲ ਇੱਕ ਸਿਕਿਉਰਿਟੀ ਗਾਰਡ ਦਾ ਹੋਣਾ, ਉਹ ਤੁਹਾਨੂੰ ਫਿਰ ਵੀ ਨਾ ਇੱਕ ਐਸ਼ੋਰੈਂਸ ਹੁੰਦੀ ਹੈਗੀ ਹੈ, ਪਰ ਟੈਰਰਿਸਟ ਹੈਗਾ ਉਹ ਤੁਹਾਨੂੰ ਜਲਪਾਨ ਵੀ ਤੁਸੀਂ ਉਹਨਾਂ ਨਾਲ ਕਰ ਰਹੇ ਹੈਗੇ ਹੋ, ਬੈਠੇ ਹੋ, ਗੱਲਾਂ ਵੀ ਕਰ ਰਹੇ ਹੋ, ਪਰ ਜਿਹੜਾ ਉਹ ਇੱਕ ਮਾਹੌਲ ਹੈ ਕਿ ਉਹ ਟੈਰਰਿਸਟ ਉਹ ਤੁਹਾਡੇ ਆਲੇ ਦੁਆਲੇ ਉਹ ਗਨਸ ਲੈ ਕੇ ਖੜ੍ਹੇ ਨੇ। ਹਾਲਾਂਕਿ ਉਹ ਪ੍ਰੋ ਇੰਡੀਆ ਸੀਗੇ ਉਹ, ਬਟ ਦੈਨ ਗਨਸ ਆਰ ਗਨਸ ਸੋ ਉਹ ਬਹੁਤ ਐਕਸਪੀਰੀਅੰਸ ਰਿਹਾ, ਸਪੈਸ਼ਲੀ ਜੋ ਮੈਂ LOC ਰਿਹਾ। ਫਿਰ ਉੱਥੋਂ ਦੀ ਟ੍ਰੈਜਡੀ ਬਹੁਤ ਹੈ ਕਸ਼ਮੀਰ ਦੀ। ਚੱਕ ਸਿਰ ਪਿੰਡ ਹੈ, ਜਿੱਥੇ ਇੱਕ ਟਾਈਮ ਦੇ ਵਿੱਚ ਕੋਈ ਮਰਦ ਹੀ ਨਹੀਂ ਬਚਿਆ ਸੀਗਾ, ਸਿਰਫ ਔਰਤਾਂ ਅਤੇ ਔਰਫਨ ਬੱਚੇ ਸੀਗੇ। ਸੋ ਮੈਂ ਉਸ ਪਿੰਡ ਵਿੱਚ ਗਿਆ, ਉੱਥੇ ਉਹਨਾਂ ਦੀ ਉਹ ਔਰਤਾਂ ਦੀ ਕੀ ਲਾਈਫ ਹੈ ਕਿ ਮਤਲਬ ਕੁਛ ਅੱਧੇ ਮਰਦ ਆਰਮੀ ਐਨਕਾਊਂਟਰਸ ਚਲੇ ਗਏ, ਪੁਲਿਸ ਐਨਕਾਊਂਟਰਸ ਚਲੇ ਗਏ, ਅੱਧੇ ਟੈਰਰਿਸਟ ਹੋ ਗਏ। ਇਹ ਕੀ ਵਜ੍ਹਾ, ਮਰਦ ਕਿਉਂ ਨਹੀਂ ਬਚੇ ਉੱਥੇ, ਔਰਤਾਂ ਹੀ ਔਰਤਾਂ ਕਿਉਂ ਰਹਿ ਗਈਆਂ ਪਿੰਡ ਦੇ ਵਿੱਚ? ਉਹ ਪਿੰਡ ਬਹੁਤ ਸੈਂਟਰ ਸੀਗਾ, ਗੜ੍ਹ ਸੀਗਾ ਮਿਲੀਟੈਂਸੀ ਦੇ ਵਿੱਚ। ਸੋ ਕਾਫੀ ਲੋਕ ਤਾਂ ਐਨਕਾਊਂਟਰਸ ਹੋ ਗਏ, ਪੁਲਿਸ ਆਪਰੇਸ਼ਨਸ ਵਿੱਚ ਉਹਨਾਂ ਦੀ ਡੈਥ ਹੋ ਗਈ। ਉਸ ਦੇ ਉੱਤੇ ਮਤਲਬ ਕਾਫੀ ਇਲਜ਼ਾਮ ਸੀਗਾ ਕਿ ਉਹ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ। ਫਿਰ ਉਸ ਤੋਂ ਬਾਅਦ ਚਿੱਟੀ ਸਿੰਘਪੁਰਾ, ਜਿੱਥੇ ਸਿੱਖ ਮੈਸੇਕਰ ਹੋਇਆ ਸੀਗਾ, ਮੈਂ ਉਸ ਪਿੰਡ ਵੀ ਜਾ ਕੇ ਆਇਆ। ਸੋ ਉਸ ਪਿੰਡ ਦੇ ਵਿੱਚ ਵੀ ਤੁਹਾਨੂੰ ਬਹੁਤ ਘੱਟ ਆਦਮੀ ਮਿਲਦੇ ਨੇ, ਬਿਕੋਜ਼ 30 ਤੋਂ ਉੱਪਰ ਲੋਕ ਉਹ ਹਜੇ ਵੀ ਲੋਕ ਮੇਰੇ ਖਿਆਲ ਉਹ ਟਾਈਮ ਵਾਰਪ 'ਚ ਫਸ ਗਏ ਨੇ। ਉਹਨਾਂ ਲਈ ਹਜੇ ਵੀ ਉਹੀ ਰਾਤ ਹੈ ਜਦੋਂ ਗੋਲੀਬਾਰੀ ਦੇ ਵਿੱਚ ਇੰਨੇ ਲੋਕਾਂ ਨੂੰ ਮਾਰਿਆ ਗਿਆ ਸੀਗਾ। ਭਗਤ ਸਿੰਘ ਦਾ ਪਿਸਟਲ ਲੱਭਣ ਦੀ ਕਹਾਣੀ ਬੜੀ ਇੰਟਰਸਟਿੰਗ ਹੈ। ਤੁਸੀਂ ਭਗਤ ਸਿੰਘ ਦੀ ਪਿਸਟਲ ਵਾਸਤੇ 4 ਸਾਲ ਦੇ ਕਰੀਬ ਮੇਰਾ ਖਿਆਲ ਮਿਹਨਤ ਕੀਤੀ ਹੈ, ਜਾਂ ਵੱਧ ਸਮਾਂ ਲੱਗਿਆ ਇਸ ਨੂੰ? ਔਰ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਕਿ ਪਿਸਟਲ ਲੱਭਣਾ ਚਾਹੀਦਾ ਭਗਤ ਸਿੰਘ ਹੁਣਾਂ ਦਾ? ਫਿਰ ਲੱਭ ਕੇ ਤੁਸੀਂ ਲਿਆਏ ਵੀ, ਤੁਹਾਨੂੰ ਸਫਲਤਾ ਮਿਲੀ, ਔਰ ਤੁਹਾਡੀ ਬਦੌਲਤ ਹੀ ਅੱਜ ਭਗਤ ਸਿੰਘ ਦਾ ਜਿਹੜਾ ਪਿਸਟਲ ਮਿਲਿਆ, ਤੁਸੀਂ ਕਿਤਾਬ ਵੀ ਲਿਖੀ ਹੈ ਉਸ 'ਤੇ। ਹਾਂਜੀ, ਐਕਚੁਅਲੀ ਐਕਟਿਵਲੀ ਤਾਂ ਮੈਨੂੰ ਉਹਦੇ ਵਿੱਚ ਕੁਝ ਮਹੀਨੇ ਲੱਗੇ ਸੀਗੇ, ਪਰ ਇਹ ਮੇਰੀ ਰਿਸਰਚ 2005 ਜਾਂ 6 ਦੇ ਵਿੱਚ ਸ਼ੁਰੂ ਹੋ ਗਈ ਸੀਗੀ, ਜਦੋਂ ਮੈਂ ਲੁਧਿਆਣੇ ਕ੍ਰਾਈਮ ਰਿਪੋਰਟਰ ਸੀਗਾ। ਉਦੋਂ ਕੁਝ ਲੈਟਰਸ ਛਪੀਆਂ ਸੀਗੀਆਂ ਟ੍ਰਿਬਿਊਨ ਦੇ ਵਿੱਚ ਅਤੇ ਇੱਕ ਪੰਜਾਬੀ ਅਖਬਾਰ ਦੇ ਵਿੱਚ ਵੀ, ਜਿਹਦੇ ਵਿੱਚ ਇਹ ਜ਼ਿਕਰ ਸੀਗਾ ਕਿ ਭਗਤ ਸਿੰਘ ਦੀ ਪਿਸਟਲ ਫਿਲੌਰ ਪੁਲਿਸ ਅਕੈਡਮੀ ਵਿੱਚ ਹੋਣੀ ਚਾਹੀਦੀ ਹੈ, ਪਰ ਉੱਥੇ ਉਹ ਹੈ ਨਹੀਂ। ਸੋ ਉਦੋਂ ਮੈਂ ਫਿਲੌਰ ਕਵਰ ਕਰਦਾ ਸੀ, ਉਦੋਂ ਮੈਂ ਕੋਸ਼ਿਸ਼ ਕੀਤੀ ਪਤਾ ਕਰਨ ਦੀ, ਪਰ ਮੈਨੂੰ ਉਦੋਂ ਕੋਈ ਰਾਹ ਨਹੀਂ ਪਿਆ ਉਹਦੇ ਵਿੱਚ। ਇੱਕ ਤਾਂ ਥੋੜ੍ਹਾ ਜਿਹਾ ਪੋਸਟ ਟੈਰਰਿਜ਼ਮ ਈਰਾ ਸੀਗਾ, ਅਤੇ ਜਿੰਨੇ ਵੀ ਟੈਰਰਿਸਟਾਂ ਤੋਂ ਹਥਿਆਰ ਪਕੜੇ ਜਾਂਦੇ ਸੀ ਉਹ ਸਾਰੇ ਫਿਲੌਰ ਹੀ ਰੱਖੇ ਜਾਂਦੇ ਸੀ, ਫਿਲੌਰ ਅਕੈਡਮੀ ਦੇ ਵਿੱਚ। ਉੱਥੇ ਕਈ ਹਥਿਆਰ ਨੇ ਜਿਨ੍ਹਾਂ ਨੂੰ ਇੰਨਾ ਜੰਗ ਲੱਗ ਗਿਆ ਕਿ ਉਹ ਜ਼ਮੀਨ 'ਚ ਹੀ ਦੱਬੇ ਹੋਏ ਨੇ। ਜਿੱਥੇ ਪੁਲਿਸ ਪਰੇਡ ਹੁੰਦੀ ਹੈਗੀ ਆ, ਬੜੀ ਪਪੂਲਰ ਸਾਈਟ ਹੈ ਉਹ, ਉਸ ਗਰਾਊਂਡ ਦੇ ਥੱਲੇ ਹਥਿਆਰ ਦੱਬੇ ਹੋਏ ਨੇ। ਹੁਣ ਤਾਂ ਉਹਨਾਂ ਨੇ ਰਿਟਰੀਵ ਕਰਕੇ ਉਹ ਡਿਸਪੋਜ਼ ਆਫ ਕਰਤੇ, ਪਰ ਉਦੋਂ ਗਰਾਊਂਡ ਵਿੱਚ ਹੀ ਦੱਬੇ ਹੁੰਦੇ ਸੀ, ਤਾਂ ਉੱਥੇ ਬਹੁਤ ਮੈਸ ਸੀਗਾ। ਉਦੋਂ ਮੈਨੂੰ ਨਹੀਂ ਲੱਗਿਆ। ਉਸ ਤੋਂ ਬਾਅਦ 2016-17 ਦੇ ਵਿੱਚ ਟ੍ਰਿਬਿਊਨ ਦੇ ਵਿੱਚ ਕੁਝ ਆਰਟੀਕਲਸ ਆਏ ਸੀਗੇ
ਅਬਾਊਟ ਭਗਤ ਸਿੰਘ ਦੇ ਕਈ ਆਰਟੀਫੈਕਟ ਸੀਗੇ, ਉਹ ਕਿੱਥੇ ਨੇ, ਉਹਨਾਂ ਦੀ ਜਿਹੜੀ ਕੇਸ ਡਾਇਰੀ ਸੀਗੀ, ਕੋਰਟ ਦੇ ਡਾਕੂਮੈਂਟ ਸੀ, ਉਹ ਕਿੱਥੇ ਹੈਗੇ ਨੇ। ਤੋ ਉਹਨਾਂ ਸਾਰਿਆਂ ਦੇ ਉੱਤੇ ਆਰਟੀਕਲ ਸੀ, ਜਿਹੜਾ ਕਿ ਇੱਕ ਆਰਟੀਕਲ ਸੀਗਾ ਜਿਸ ਭਗਤ ਸਿੰਘ ਦੀ ਪਿਸਟਲ ਦਾ ਜ਼ਿਕਰ ਸੀ। ਸੋ ਜਦੋਂ ਮੈਂ ਉਹ ਪੜ੍ਹਿਆ, ਮੇਰੀ ਉਹ ਪੁਰਾਣੀ ਰਿਸਰਚ ਯਾਦ ਹੋ ਗਈ ਅਤੇ ਹੁਣ ਮੈਂ ਸਟੇਟ ਹੈੱਡਕੁਆਰਟਰ ਵਿੱਚ ਸੀਗਾ। ਸੋ ਤੁਸੀਂ ਸਟੇਟ ਹੈੱਡਕੁਆਰਟਰ ਸੀਨੀਅਰ ਅਫਸਰਾਂ ਨਾਲ ਮਿਲਦੇ ਹੈਗੇ ਹੋ। ਸੋ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਆਫੀਸ਼ੀਅਲੀ ਕਿ ਮੈਂ ਇਹਦੀ ਰਿਸਰਚ ਕਰਨਾ ਚਾਹੁੰਦਾ, ਮੈਨੂੰ ਐਕਸੈਸ ਦਿੱਤੀ ਜਾਵੇ ਡਾਕੂਮੈਂਟਸ ਦੇ ਵਿੱਚ। ਥੋੜ੍ਹੀ RTI ਵੀ ਯੂਜ਼ ਕੀਤੀ, ਥੋੜ੍ਹਾ ਇਨਫਲੂਐਂਸ ਵੀ ਯੂਜ਼ ਕੀਤਾ। ਐਂਡ ਉਹ ਜਿਹੜੇ ਟ੍ਰਿਬਿਊਨ 'ਚ ਆਰਟੀਕਲਸ ਆਏ ਸੀਗੇ, ਉਹਦੇ 'ਚ ਸਭ ਤੋਂ ਵੱਡਾ ਕਲੂ ਸੀਗਾ ਕਿ ਭਗਤ ਸਿੰਘ ਦੇ ਪਿਸਟਲ ਦਾ ਨੰਬਰ ਸੀਗਾ, ਸੈਮੀ ਆਟੋਮੈਟਿਕ US ਪਿਸਟਲ ਸੀਗੀ ਉਹ। ਐਂਡ ਸੋ ਉਸ ਨੰਬਰ ਤੋਂ ਲੱਭਣਾ ਪੋਸੀਬਿਲਿਟੀ ਸੀਗੀ, ਆਸਾਨ ਤਾਂ ਨਹੀਂ ਸੀ, ਪੋਸੀਬਿਲਿਟੀ ਸੀਗੀ। ਸੋ ਉਹਦੇ ਲਈ ਫਿਰ ਮੈਂ ਫਲੋਰ ਅਕੈਡਮੀ ਗਿਆ। ਫਲੋਰ ਅਕੈਡਮੀ ਜਿਹੜੇ ਇੰਚਾਰਜ ਸੀਗੇ ਕੁਲਦੀਪ ਸਿੰਘ, ਉਹਨਾਂ ਨੂੰ ਮੈਂ ਮਿਲਿਆ। ਤੁਸੀਂ ਦੇਖ ਲਓ ਕਿ ਉਹ ਲੁਧਿਆਣੇ SSP ਸੀਗੇ। ਮੇਰੇ 'ਤੇ ਪਹਿਲਾ ਡੈਫੇਮੇਸ਼ਨ ਕੇਸ ਉਹਨਾਂ ਨੇ ਹੀ ਕੀਤਾ ਸੀਗਾ। ਸੋ ਮੈਨੂੰ ਬੜਾ, ਉਸ ਤੋਂ ਬਾਅਦ ਖੈਰ ਬਾਅਦ ਦੇ ਵਿੱਚ ਅਸੀਂ ਫਰੈਂਡਲੀ ਰਹੇ, ਪਰ ਸਾਡੇ ਆਪਸ ਵਿੱਚ ਕਦੀ ਇੰਟਰੈਕਸ਼ਨ ਨਹੀਂ ਹੋਇਆ। ਉਹ ਕਈ ਪੋਸਟਾਂ 'ਤੇ ਵੀ ਰਹੇ। ਸੋ ਮੈਨੂੰ ਸੀਗਾ ਪਤਾ ਨਹੀਂ ਉਹ ਹੈਲਪ ਕਰਨਗੇ ਕਿ ਨਹੀਂ ਕਰਨਗੇ, ਪਰ ਉਹਨਾਂ ਨੇ ਹੀ ਓਪਨ ਆਲ ਡੋਰਸ ਫॉर ਮੀ। ਫਿਰ ਉੱਥੇ ਉਹਨਾਂ ਦੇ DIG ਰਵਚਰਨ ਬਰਾੜ ਸੀਗੇ, ਜੋ ਆਰਮੀ ਤੋਂ ਆਏ ਸੀਗੇ, ਸ਼ਾਰਟ ਸਰਵਿਸ ਕਮਿਸ਼ਨ ਤੋਂ। ਸੋ ਉਹਨਾਂ ਨੂੰ ਬਹੁਤ ਨੌਲੇਜ ਹੈ ਵੈਪਨਸ ਦੀ। ਉਹਨਾਂ ਨੇ ਮੇਰੇ ਨਾਲ ਪਰਸਨਲੀ, ਉਹਨਾਂ ਦੇ ਸਟਾਫ ਨੇ, ਅਸੀਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਖੁਦ ਮਿੱਟੀ ਵਿੱਚੋਂ ਰਜਿਸਟਰ ਕੱਢ ਕੇ ਦੇਖੇ ਨੇ, ਐਲਰਜੀਜ਼ ਵੀ ਕਰਵਾਈਆਂ ਨੇ। ਅਤੇ ਬੜੀ ਮੁਸ਼ਕਿਲ ਦੇ ਨਾਲ, ਮਤਲਬ ਸਾਡੇ ਕੋਲ ਉਹ ਰਿਕਾਰਡ ਦੇਖਣਾ ਸੌਖਾ ਨਹੀਂ ਸੀ। ਪਿਛਲੇ ਅਸੀਂ 1928 ਔਨਵਰਡਸ ਦਾ ਰਿਕਾਰਡ ਉੱਥੋਂ ਦੇਖਣਾ ਸੀਗਾ, ਜਦੋਂ ਭਗਤ ਸਿੰਘ ਜੀ ਅਰੈਸਟ ਹੋਏ ਹੈਗੇ ਨੇ। ਐਂਡ 1900 April 1929 ਦੇ ਵਿੱਚ, April 8 1929 'ਚ ਅਰੈਸਟ ਹੋਏ ਸੀਗੇ। ਸੋ ਉਦੋਂ ਦਾ ਰਿਕਾਰਡ ਦੇਖਣਾ। ਸੋ ਅਸੀਂ ਫਿਰ ਇੱਕ ਉਹਦੇ ਵਿੱਚ ਇੱਕ ਬਾਰ ਬਣਾਈ ਕਿ ਅਸੀਂ 1980 ਤੋਂ ਪਿੱਛੇ ਨੂੰ ਜਾਂਦੇ ਹੈਗੇ ਆ, ਫਿਰ 1980 ਤੋਂ ਬਾਅਦ ਦੇਖਾਂਗੇ। ਫਿਰ ਸਾਨੂੰ 1968 ਦੇ ਰਜਿਸਟਰ 'ਚ ਪਤਾ ਚੱਲਿਆ ਕਿ ਇੱਥੋਂ ਦੀ 8 ਵੈਪਨਸ ਟਰਾਂਸਫਰ ਹੋਏ ਸੀਗੇ BSF। 1968 ਦੇ ਵਿੱਚ BSF ਬਣਾਈ ਗਈ ਕਿਉਂਕਿ ਉਸ ਤੋਂ ਪਹਿਲਾਂ ਤਾਂ ਪੁਲਿਸ ਹੀ ਬਾਰਡਰਸ ਨੂੰ ਮੈਨ ਕਰਦੀ ਸੀਗੀ। ਸੋ ਉਹਨਾਂ ਦਾ ਮੇਨ ਸੈਂਟਰ ਟ੍ਰੇਨਿੰਗ ਹੈਗਾ ਇੰਦੌਰ ਦੇ ਵਿੱਚ। ਉਹਨਾਂ ਦਾ ਸਕੂਲ ਹੈ, ਸੈਂਟਰਲ ਸਕੂਲ ਫॉर ਵੈਪਨਸ ਐਂਡ ਟੈਕਟਿਕਸ। ਸੋ ਉੱਥੇ ਉਹਨਾਂ ਨੂੰ ਆਪਣੇ ਜਿਹੜੇ ਕੈਡੇਟ ਸੀਗੇ, ਉਹਨਾਂ ਨੂੰ ਹਿਸਟਰੀ ਆਫ ਵੈਪਨ ਸਿਖਾਉਣ ਦੇ ਲਈ ਡਿਫਰੈਂਟ ਵੈਪਨਸ ਆਲ ਓਵਰ ਇੰਡੀਆ ਦੇ ਪੁਲਿਸ ਤੋਂ ਮੰਗਵਾ ਕੇ ਉੱਥੇ ਰੱਖੇ ਗਏ ਸੀ। ਸੋ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਅਪਰੂਵਲ ਲਿੱਤੀ ਗਈ ਫॉर ਸ਼ਿਫਟਿੰਗ ਆਫ ਵੈਪਨਸ ਫਰੋਮ ਵਨ ਸਟੇਟ ਟੂ ਅਨਦਰ। ਇਹ ਉਹਦੀ ਇੰਪੋਰਟੈਂਸ ਹੈ। ਮਤਲਬ ਇਹ ਨਹੀਂ ਹੈ ਵੀ ਕੋਈ ਵੀ ਵੈਪਨ DGP ਵੀ ਨਹੀਂ ਉਹਨੂੰ ਟਰਾਂਸਫਰ ਕਰ ਸਕਦਾ। ਉਹ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਪਰਮਿਸ਼ਨ ਹੋਈ ਸੀਗੀ, ਬਿਕੋਜ਼ ਜੇ ਕੋਈ ਵੀ ਵੈਪਨ ਕਿਤੇ ਵੀ ਪਿਓ, ਉਹਦੀ ਇੱਕ ਹਿਸਟਰੀ ਹੈਗੀ ਹੈ, ਕਿਸ ਦਾ ਹੈ, ਕਿੱਥੋਂ ਹੈ, ਕਿਸ ਕੇਸ ਰਿਕਾਰਡ ਵਿੱਚ ਹੈਗਾ। ਐਂਡ ਸੋ ਉਹ ਇੰਦੌਰ ਚਲਾ ਗਿਆ। ਫਿਰ ਮੈਂ ਇੰਦੌਰ ਗਿਆ, ਫਿਰ ਉੱਥੇ ਦੀ ਐਕਸੈਸ ਲੈਣੀ ਬੜੀ ਔਖੀ। ਐਂਡ ਇੱਥੋਂ ਪਹਿਲਾਂ ਫੋਨ 'ਤੇ ਗੱਲ ਕਰਦਾ ਸੀ, ਉਹ ਜਿਹੜੀ ਉਹਨਾਂ ਦੀ ਹਿੰਦੀ ਹੈ, ਆਪਣੀ ਥੋੜ੍ਹੀ ਪੰਜਾਬੀ ਹਿੰਦੀ ਹੈ। ਸੋ ਬੜੀ ਆਪਰੇਟਰਸ ਨਾਲ ਗੱਲ ਕਰਨੀ ਬੜੀ ਔਖੀ ਸੀ। ਇਵੈਂਚੁਅਲੀ ਮੈਨੂੰ ਉੱਥੇ IG ਪੰਕਜ ਸੀਗੇ, ਜਿਨ੍ਹਾਂ ਨੇ ਜਲੰਧਰ ਕੰਮ ਕੀਤਾ ਹੋਇਆ ਸੀ। ਸੋ ਮੈਂ ਉਹਨਾਂ ਨੂੰ ਕਿਸੇ ਜੰਮੂ ਦੇ BSF ਅਫਸਰ ਦੇ ਥਰੂ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਨੂੰ ਕਨਵਿੰਸ ਕੀਤਾ ਕਿ ਮੇਰੇ ਨਾਲ ਗੱਲ ਕਰ ਲਓ, ਬਿਕੋਜ਼ ਉਹ ਟੈਕਟਿਕ ਸਕੂਲ ਹੈ, ਉੱਥੇ ਜਰਨਲਿਸਟ ਤਾਂ ਦੂਰ ਸਿਵਿਲੀਅਨ ਵੀ ਨਹੀਂ ਜਾ ਸਕਦਾ। ਸੋ ਉੱਥੇ ਇਵੈਂਚੁਅਲੀ ਉਹਨਾਂ ਨੂੰ ਕਨਵਿੰਸ ਹੋਇਆ। ਅਤੇ ਜਦੋਂ ਉਹਨਾਂ ਨੇ ਭਗਤ ਸਿੰਘ ਦੀ ਪਿਸਟਲ ਬਾਰੇ ਸੁਣਿਆ, ਫਿਰ ਉਹਨਾਂ ਨੇ ਮੇਰੇ ਤੋਂ ਡਾਕੂਮੈਂਟਸ ਮੰਗਵਾਏ ਸਾਰੇ। ਉਹ ਮੈਂ ਡਾਕੂਮੈਂਟਸ ਉਹਨਾਂ ਦੇ ਕੋਰਟ ਦੇ ਵਿੱਚ, ਜਿਹਦੇ ਵਿੱਚ ਪਿਸਟਲ ਦਾ ਨੰਬਰ ਸੀ, ਉਹਨਾਂ ਨੂੰ ਭੇਜਿਆ। ਫਿਰ ਉਹ ਕਹਿੰਦੇ ਕਿ ਮੇਰੇ ਤਾਂ ਤੁਹਾਨੂੰ ਹੈੱਡਕੁਆਰਟਰਸ ਤੋਂ ਪਰਮਿਸ਼ਨ ਲੈਣੀ ਪਏਗੀ, ਪ੍ਰੈਜ਼ੀਡੈਂਟ ਆਫ ਇੰਡੀਆ ਤੋਂ, ਹੋਮ ਮਿਨਿਸਟਰੀ ਤੋਂ ਪਰਮਿਸ਼ਨ ਲੈਣੀ ਪਏਗੀ, ਅਸੀਂ ਤਾਂ ਹੀ ਕਰ ਸਕਦੇ ਹਾਂ। ਬਟ ਇਵੈਂਚੁਅਲੀ ਹੀ ਟੁਕ ਲੋਟ ਆਫ ਇਨੀਸ਼ੀਏਟਿਵ। ਸੋ ਉਹਨਾਂ ਨੇ ਉਸ ਟਾਈਮ ਦੇ US ਕੋਰਟ ਕੋਈ 17 ਉਸ ਤਰ੍ਹਾਂ ਦੇ ਪਿਸਟਲ ਪਏ ਸੀਗੇ ਉਹਨਾਂ ਦੇ ਕੋਲ। ਸੋ ਉਹ ਸਾਰੇ ਪਿਸਟਲ ਦੇ ਉੱਤੇ ਬਲੈਕ ਪੇਂਟ ਕੀਤਾ ਜਾਂਦਾ ਤਾਂ ਕਿ ਉਹਨਾਂ ਨੂੰ ਜੰਗ ਨਾ ਲੱਗੇ। ਐਂਡ ਉਹ ਮਿਊਜ਼ੀਅਮ 'ਚ ਡਿਸਪਲੇ ਨੇ, ਕੋਈ ਟਰੰਕ ਵਿੱਚ, ਸਟੋਰ ਵਿੱਚ ਸਿੱਟੇ ਹੋਏ ਨੇ। ਸੋ ਹੀ ਸੈਡ ਕਿ ਮੈਨੂੰ ਇਹਨਾਂ ਸਾਰਿਆਂ ਦਾ ਪੇਂਟ ਉਤਾਰਨਾ ਪਏਗਾ ਅਤੇ ਮੈਂ ਪਰਸਨਲ ਰਿਸਕ ਲੈ ਕੇ ਇਹ ਕਰ ਰਿਹਾ ਹੈਗਾ, ਕਿਉਂਕਿ ਜੇ ਬਾਈ ਚਾਂਸ ਕਿਸੇ ਵੈਪਨ ਦਾ ਨੁਕਸਾਨ ਹੋ ਗਿਆ ਤਾਂ ਇਟ ਇਜ਼ ਕੁਐਸਚਨ ਮਾਰਕ ਔਨ ਮੀ, ਐਂਡ ਮੇਰੀ ਨੌਕਰੀ ਨੂੰ ਵੀ ਖਤਰਾ ਹੋ ਸਕਦਾ ਹੈ। ਪਰ ਮੈਨੂੰ ਯਾਦ ਹੈ ਕਿ ਰਾਤੀ ਕੋਈ 10:30 ਵਜੇ ਦੇ ਕਰੀਬ ਉਹਨਾਂ ਦਾ ਮੈਨੂੰ ਫੋਨ ਆਇਆ, ਅਤੇ ਉਹ ਮੈਨੂੰ ਜੁੱਪੀ ਕਹਿੰਦੇ ਸੀ, ਜੁੱਪੀ ਤੇਰੀ ਪਿਸਟਲ ਲੱਭ ਗਈ। ਉਹ ਪੰਜਾਬੀ 'ਚ ਮੈਨੂੰ ਬੋਲੇ, ਅਤੇ ਮਤਲਬ ਮੈਂ ਬਹੁਤ ਛਾਲਾਂ ਮਾਰੀਆਂ। ਆਈ ਵਾਜ਼ ਸੋ ਹੈਪੀ ਕਿ ਮੇਰੀ ਰਿਸਰਚ ਕਾਮਯਾਬ ਹੋਈ, ਮੈਨੂੰ ਪਿਸਟਲ ਲੱਭੀ। ਸਗੋਂ ਉਹ ਉਸ ਤੋਂ ਬਾਅਦ ਥੋੜ੍ਹਾ ਜਿਹਾ ਇਹਦੇ ਵਿੱਚ
ਦੁਖਾਂਤ ਕਹਿ ਲਓ, ਸਟਾਇਰ ਕਹਿ ਲਓ ਕਿ ਮੇਰੀ ਉਹ ਸਟੋਰੀ ਟ੍ਰਿਬਿਊਨ 'ਚ ਬਹੁਤ ਫਲਾਇਰ ਜਾ ਰਹੇ ਸੀ ਉੱਪਰ, ਬਿਕੋਜ਼ ਟ੍ਰਿਬਿਊਨ ਰਿਪੋਰਟਰ ਉਸ ਨੂੰ ਇਨਵੈਸਟੀਗੇਟ ਕਰਕੇ ਆਇਆ, ਲੱਭ ਕੇ ਲੈ ਕੇ ਆਇਆ ਪਿਸਟਲ ਨੂੰ। ਤੇ ਉਸੇ ਦਿਨ ਹੀ ਮਤਲਬ ਮੈਂ ਜਦੋਂ ਦਫ਼ਤਰੋਂ 8:15 ਵਜੇ ਮੈਂ ਘਰ ਆਇਆ ਤੇ ਮੈਂ ਪੇਜ ਦੇਖ ਕੇ ਆਇਆ ਸੀਗਾ ਕਿ ਮੇਰੀ ਉੱਪਰ ਜਾ ਰਹੀ ਹੈਗੇ ਲੀਡ ਸਟੋਰੀ ਤੁਹਾਡੀ ਛਪ ਰਹੀ ਹੋਵੇ, ਲੀਡ ਸਟੋਰੀ ਤੋਂ ਵੀ ਵੱਡੀ ਹੁੰਦੀ ਹੈ ਕਿ ਉਹ ਬਾਕਸ ਤੁਹਾਡਾ ਪੇਜ 1 ਛਪ ਰਿਹਾ ਹੋਵੇ, ਹਾਂ, ਤੇ ਤੁਸੀਂ ਜਾ ਰਹੇ ਹੈਗੇ ਹੋ ਐਂਡ ਫਸਟ ਟਾਈਮ। ਅੱਛਾ, ਉਸ ਦਿਨ ਉਹਦੀ ਫੋਟੋ ਨਹੀਂ ਸੀ ਸਾਡੇ ਕੋਲ, ਪਰ ਉਦੋਂ 8:30 ਵਜੇ ਮੋਦੀ ਸਾਹਿਬ ਨੇ ਡੀਮੋਨੇਟਾਈਜੇਸ਼ਨ ਕਰ ਦਿੱਤੀ। ਸੋ ਮੇਰਾ ਪਰਸਨਲ ਬਹੁਤ ਗਰਾਊਜ਼ ਹੈ ਮੋਦੀ ਸਾਹਿਬ ਨਾਲ ਔਨ ਦਿਸ। ਉਸ ਕਰਕੇ ਉਹ ਮੇਰੀ ਖਬਰ ਮੈਨੂੰ ਪਹਿਲਾਂ ਤਾਂ ਫੋਨ ਆਇਆ ਕਿ ਖਬਰ ਤੇਰੀ ਅੱਜ ਰੁਕ ਜਾਏਗੀ, ਨਹੀਂ ਜਾਏਗੀ। ਸੋ ਮੇਰਾ ਐਕਸਪੀਰੀਅੰਸ ਹੈ ਵੀ ਜੇ ਖਬਰ ਫਾਈਲ ਹੋਈ ਹੈ ਤਾਂ ਫਿਰ ਉਹ ਜੇ ਛਪ ਗਈ ਅਗਲੇ ਦਿਨ ਤਾਂ ਛਪ ਗਈ, ਨਹੀਂ ਤਾਂ ਉਸ ਤੋਂ ਬਾਅਦ ਉਹ ਛਪਦੀ ਨਹੀਂ ਹੁੰਦੀ। ਸੋ ਸਾਡੇ ਨਿਊਜ਼ ਐਡੀਟਰ ਸੀ ਨਾਨਕੀ ਮੈਡਮ, ਉਹਨਾਂ ਨੇ ਬੜਾ ਸਟੈਂਡ ਲਿੱਤਾ ਐਂਡ ਸ਼ੀ ਸੈਡ ਕਿ ਭਗਤ ਸਿੰਘ ਤੋਂ ਉੱਪਰ ਕੋਈ ਨਹੀਂ, ਚਾਹੇ ਡੀਮੋਨੇਟਾਈਜੇਸ਼ਨ ਹੈ ਮੋਦੀ ਸਾਹਿਬ ਨੇ ਜਾਂ ਕੋਈ ਹੋਰ ਹੈ। ਸੋ ਉਹਨਾਂ ਨੇ ਅੰਦਰ 3 ਨੰਬਰ ਪੇਜ 'ਤੇ ਉਸਨੂੰ ਲੀਡ ਲਿੱਤਾ ਤੇ ਉਸ ਅਖਬਾਰ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਸਪੋਰਟਸ ਪੇਜ ਵੀ ਨਹੀਂ ਸੀਗਾ ਉਸ ਦਿਨ, ਸਿਰਫ ਡੀਮੋਨੇਟਾਈਜੇਸ਼ਨ ਤੋਂ ਸਿਵਾਏ ਕੋਈ ਹੋਰ ਖਬਰ ਸੀ ਤਾਂ ਭਗਤ ਸਿੰਘ ਪਿਸਟਲ ਦੀ ਸੀ। ਇਹ ਭਗਤ ਸਿੰਘ ਨੂੰ ਟ੍ਰਿਬਿਊਟ ਹੈ, ਇਹ ਮੇਰੀ ਖਬਰ ਨੂੰ ਟ੍ਰਿਬਿਊਟ ਨਹੀਂ ਹੈ। ਸੋ ਮੈਂ ਜਿੱਥੇ ਵੀ ਗਿਆ ਮੈਨੂੰ ਭਗਤ ਸਿੰਘ ਬਾਰੇ ਦੱਸਣ ਦੀ ਲੋੜ ਨਹੀਂ ਪਈ ਹੈਗੀ, ਹਰ ਦਰਵਾਜ਼ੇ ਖੁੱਲ੍ਹਦੇ ਗਏ ਹੈਗੇ। ਕੰਚਨ ਜੀ, ਤੁਹਾਨੂੰ ਕਿੱਦਾਂ ਲੱਗਦਾ ਫਿਰ ਜਦੋਂ ਜੁਪਿੰਦਰਜੀਤ ਹੁਣਾਂ ਦਾ ਮਤਲਬ, ਖੈਰ ਤੁਸੀਂ ਤਾਂ ਖੁਦ ਹੀ ਇੱਕ ਬ੍ਰੇਕਿੰਗ ਨਿਊਜ਼ ਗਰਲ ਰਹੇ ਹੋ ਔਰ ਹੁਣ ਵੀ, ਔਰ ਜੁਪਿੰਦਰਜੀਤ ਹੁਣਾਂ ਦੀਆਂ ਖਬਰਾਂ ਛਪਦੀਆਂ, ਜਦੋਂ ਭਗਤ ਸਿੰਘ ਦੀ ਸਟੋਰੀ ਔਰ ਭਗਤ ਸਿੰਘ ਦਾ ਪਿਸਟਲ ਵਾਪਸ ਲੈ ਕੇ ਆਏ, ਤੁਹਾਡਾ ਕੀ ਰਿਐਕਸ਼ਨ ਸੀ ਫਿਰ? ਐਕਚੁਅਲੀ ਇਹ ਵੀ ਇੱਕ ਸਾਡੇ ਜਿਹੜੇ ਪ੍ਰੋਫੈਸ਼ਨਲਿਜ਼ਮ ਦੀ ਪਹਿਲਾਂ ਗੱਲ ਕਰ ਰਹੇ ਸੀ ਨਾ ਕਿ ਅਸੀਂ ਸ਼ੇਅਰ ਨਹੀਂ ਕਰਦੇ ਇੱਕ ਦੂਸਰੇ ਨਾਲ, ਇਹ ਵੀ ਉਹਦਾ, ਇਹ ਮਤਲਬ ਮੇਰੇ ਲਈ ਸਭ ਤੋਂ ਵੱਡਾ ਐਗਜ਼ਾਮਪਲ ਇਹ ਹੈ ਕਿ ਮੈਨੂੰ ਉਹਦਾ ਉਸੇ ਦਿਨ ਪਤਾ ਚੱਲਿਆ ਜਿਸ ਦਿਨ ਸਵੇਰੇ ਅਖਬਾਰ 'ਚ ਖਬਰ ਛਪੀ। ਅੱਛਾ, ਤੁਹਾਨੂੰ ਦੱਸਿਆ ਨਹੀਂ ਨਾ? ਹਾਂ, इंदौर भी चले गए, टिकट भी बुक हो गई, सब कुछ हो गया, बट मैनू नहीं सी पता। सवेरे उठ के मैं अखबार च पढ़िया कि वाओ ये किस तरह लभी, कित्थों लभी। मैं फिर आके पूछा, मतलब एकदम न्यूज़ सवेरे उठदे सार बंदा की करता है, अखबार देखता है, तो देखा उस वो खबर छपी हुई। मैनू कुछ नहीं पता शाम नू कि आया की होया, किस तरह होया। जदों फिर मैं पूछा कि ये किस तरह सी, सैड के जे मैं दस दिंदा तो फिर तो वही गड़बड़ होनी सी ना। ਤੁਸੀਂ ਖਬਰ ਬ੍ਰੇਕ ਕਰ ਲੈਣੀ ਸੀ? ਨਹੀਂ, ਇਸ ਨੂੰ ਤਾਂ ਅਸੀਂ ਇਸ ਗੱਲ ਨਾਲ ਤਾਂ ਮੈਚੁਰਿਟੀ ਨਾਲ ਹੈਂਡਲ ਕਰਦੇ ਹਾਂ। ਉਸ ਤੋਂ ਬਾਅਦ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗਦੀ ਹੈ ਕਿ ਜੁਪਿੰਦਰ ਨੇ ਆਪਣੇ ਹਰ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਜਦੋਂ ਉਸਨੇ ਉਸ ਪਿਸਟਲ ਨੂੰ ਪਹਿਲੀ ਵਾਰੀ ਪਕੜਿਆ ਤਾਂ ਉਸਨੂੰ ਬਹੁਤ, ਮਤਲਬ ਪੂਰੀ ਬਾਡੀ ਦੇ ਉੱਤੇ ਗੂਜ਼ ਬੰਪਸ ਹੋ ਗਏ ਕਿ ਇਸ ਪਿਸਟਲ ਨੂੰ ਇੱਕ ਵਾਰੀ ਭਗਤ ਸਿੰਘ ਨੇ ਪਕੜਿਆ ਸੀ ਤੇ ਜਿਹਨੂੰ ਮੈਂ ਅੱਜ ਪਕੜ ਰਿਹਾ। ਤੇ ਹੁਣ ਉਹ ਮੈਨੂੰ ਇਹ ਸੀਗਾ ਕਿ ਜੇ ਮੈਂ ਨਾਲ ਜਾਂਦੀ ਤਾਂ ਜਿਸ ਤਰ੍ਹਾਂ ਜੁਪਿੰਦਰ ਨੇ ਆਪਣੇ ਹੱਥ 'ਚ ਪਕੜੀ ਸੀ ਪਿਸਟਲ ਤਾਂ ਉਹ ਮੈਂ ਵੀ ਫੜਨੀ ਸੀ ਉਸ ਟਾਈਮ ਤੇ। ਫਿਰ ਮੈਂ ਹੁਣ ਪੁੱਛਿਆ ਕਿ ਉਹ ਕਿੱਥੇ ਹੈਗੀ ਹੈ ਤੇ ਹੀ ਸੇਜ਼ ਕਿ ਹੁਣ ਉਹ ਸ਼ੀਸ਼ੇ ਦੇ ਵਿੱਚ ਸੀਲ ਕਰਕੇ ਬੰਦ ਕੀਤੀ ਹੋਈ ਹੈ, ਹੁਣ ਉਹ ਗੱਡੀ ਨਹੀਂ ਜਾ ਸਕਦੀ। ਹੁਣ ਤੁਸੀਂ ਦੇਖ ਸਕਦੇ ਹੋ ਉਸਨੂੰ? ਮੈਂ ਸਿਰਫ ਦੇਖ ਸਕਦੀ ਹਾਂ, ਉਹਨੂੰ ਫੀਲ ਨਹੀਂ ਕਰ ਸਕਦੀ। ਪਰ ਜਦੋਂ ਗੱਲ ਹੁੰਦੀ ਹੈ ਕਿ ਜੁਪਿੰਦਰਜੀਤ ਹੁਣੀ ਪਿਸਟਲ ਲੈ ਕੇ ਆਏ, ਹੋਰ ਵੀ ਲੋਕਾਂ ਦੇ ਵਿੱਚ ਚਰਚਾ ਹੋਈ ਹੋਣੀ ਹੈ, ਤਾਂ ਫਿਰ ਕੀ ਲੱਗਿਆ ਤੁਹਾਨੂੰ? ਮਤਲਬ ਬਹੁਤ ਅੱਛਾ ਲੱਗਦਾ ਹੈ ਕਿ ਮਤਲਬ ਭਗਤ ਸਿੰਘ ਆਪਣੇ ਸਾਰੇ ਪੰਜਾਬੀਆਂ ਦਾ ਇੱਕ ਐਸਾ ਆਈਕਨ ਹੈ ਨਾ ਜਿਹਨੂੰ ਬਚਪਨ ਤੋਂ ਆਪਾਂ ਦੇਖਦੇ ਰਹਿੰਦੇ ਹਾਂ, ਜਿਸ ਦੇ ਬਾਰੇ ਸੋਚਦੇ ਹਾਂ, ਜਿਸ ਦੀਆਂ ਫੀਲਿੰਗਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੋਏਗਾ, ਕਿਸ ਤਰ੍ਹਾਂ। ਸਭ ਤੋਂ ਵੱਡਾ ਆਈਕਨ ਇੱਕ ਤਰ੍ਹਾਂ ਦਾ ਪੰਜਾਬ ਦੇ ਬੱਚਿਆਂ ਲਈ ਉਹੀ ਹੈ। ਤਾਂ ਜੇ ਤੁਹਾਡੇ ਹਸਬੈਂਡ ਦੀ ਮਤਲਬ ਇੱਕ ਬੁੱਕ ਉਸ ਹੀਰੋ ਦੇ ਨਾਲ ਐਸੋਸੀਏਟ ਹੋ ਜਾਵੇ ਤਾਂ ਆਈ ਥਿੰਕ ਇਸ ਤੋਂ ਵੱਡਾ ਤਾਂ ਪ੍ਰਾਈਡ ਲੈਂਡ ਵਾਲੀ ਕੋਈ ਹੋਰ ਗੱਲ ਹੀ ਨਹੀਂ ਹੈ। ਖਬਰਾਂ ਨੂੰ ਲੈ ਕੇ ਕਦੇ ਕੰਪੀਟੀਸ਼ਨ ਇਸ ਤਰ੍ਹਾਂ ਦਾ ਕੁਝ ਹੋਇਆ ਕਦੇ ਸ਼ੁਰੂਆਤ ਦੇ ਦੌਰ ਦੇ ਵਿੱਚ, ਜਾਂ ਬੀਟਾਂ ਸ਼ੁਰੂ ਤੋਂ ਅਲੱਗ-ਅਲੱਗ ਰਹੀਆਂ ਨੇ ਇਸ ਕਰਕੇ ਕੁਝ ਇਹੋ ਜਿਹਾ ਹੋਇਆ ਨਹੀਂ? ਨਹੀਂ, ਅਸੀਂ ਦੋਨੋਂ ਆਪਸ ਹੈਲਦੀ ਕੰਪੀਟੀਸ਼ਨ ਕਰਦੇ ਰਹਿੰਦੇ ਹਾਂ। ਸਵੇਰੇ ਉੱਠ ਕੇ ਮਤਲਬ ਅਸੀਂ ਕਹਿੰਦੇ ਵੀ ਇਹ ਦੇਖ ਹੁਣ ਮੈਂ ਇਹ ਛਾਪੀ, ਝਟਕਾ ਹੀ ਦੇਣਾ ਵੀ ਅਗਲੇ ਦਿਨ ਅਖਬਾਰ ਦੇ ਵਿੱਚ, ਇਹੋ ਜਿਹਾ ਹੀ ਹੁੰਦਾ ਰਿਹਾ। ਹਾਂ, ਪਰ ਇਹ ਨਹੀਂ ਹੋਇਆ ਕਿ ਕਦੀ ਮਤਲਬ ਕੋਈ ਟੈਨਸ਼ਨ ਵਾਲੀ ਗੱਲ ਹੋਵੇ। ਮੇਰੇ ਅਖਬਾਰ ਨੇ ਵੀ ਮੈਨੂੰ ਅੱਜ ਤੱਕ ਕਦੀ ਨਹੀਂ ਕਿਹਾ ਕਿ ਜੁਪਿੰਦਰ ਨੇ ਕਰਤੀ ਤੂੰ ਕਿਉਂ ਨਹੀਂ ਕੀਤੀ। ਉੱਥੇ ਮਤਲਬ ਬੜਾ ਉਹ ਹੈਗਾ ਕਿ ਕੋਈ ਵੀ ਬੰਦਾ ਇਹ ਨਹੀਂ ਕਹਿੰਦਾ ਕਿ ਜੁਪਿੰਦਰ ਦੀ ਖਬਰ ਛਪ ਗਈ ਤੇਰੀ ਕਿਉਂ ਨਹੀਂ ਛਪੀ। ਨਹੀਂ, ਇਹ ਕਹਿੰਦੇ ਕਿ ਇਹੋ ਜਿਹਾ ਹੋਇਆ ਹੀ ਬਹੁਤ ਘੱਟ ਹੈ, ਕਹਿੰਦੇ ਕਿ ਠੁੰਗਾ ਤੁਸੀਂ ਮਾਰ ਜਾਂਦੇ ਹੋ। ਇਹਨਾਂ ਦੀ ਕਲਾਸ ਵੀ ਲੱਗੀ ਜੁਪਿੰਦਰ ਜੀ ਕਦੇ ਵੀ ਤੁਹਾਡੀ ਮੈਸੇਜ ਦੇਖ ਲਓ ਕੀ ਕਰ ਰਹੀ ਹੈ ਔਰ ਤੁਸੀਂ ਤਾਂ ਕੁਝ ਕੀਤਾ ਨਹੀਂ? ਮੇਰੀ ਤਾਂ ਬਹੁਤ ਗੱਲਾਂ ਕਰਕੇ ਕਲਾਸ ਲੱਗ ਜਾਂਦੀ ਹੈ। ਸੋ ਹਾਂ, ਮਤਲਬ ਲਾਈਟਰ ਵੇਨ ਦੇ ਵਿੱਚ ਤਾਂ ਮੈਨੂੰ ਮਤਲਬ ਕੋਈ ਨਾ ਕੋਈ ਡੇਲੀ ਹੀ ਸੁਣਾ ਦਿੰਦਾ ਹੈਗਾ। ਸੋ ਇਹਦੇ ਵਿੱਚ ਹੈਗਾ, ਪਰ ਉਹ ਮੈਂ ਤੁਹਾਨੂੰ ਦੱਸਿਆ ਜੀ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਗਾ ਇਸ ਗੱਲ ਦੇ ਵਿੱਚ। ਇਨਫੈਕਟ ਅਸੀਂ ਦੋਵੇਂ ਦਫ਼ਤਰ ਵਾਲੇ ਕਹਿੰਦੇ ਹੋਣੇ ਤੁਸੀਂ ਪ੍ਰਾਊਡ ਹੀ ਫੀਲ ਕਰੀ ਜਾਓ, ਕੰਮ ਨਾ ਕਰਿਓ। ਨੌਕਰੀ ਤੋਂ ਨਾ ਕਢਵਾਉਣਾ ਮੈਨੂੰ। ਐਕਚੁਅਲੀ ਅਸੀਂ ਦੋਵੇਂ ਕੋਈ ਵੀ ਸਾਨੂੰ ਪ੍ਰੋਫੈਸ਼ਨਲ ਫੋਨ ਆਉਂਦਾ ਸੀ ਅਲੱਗ ਜਾ ਕੇ ਸੁਣਦੇ ਹੈਗੇ ਹਾਂ।
ਐਂਡ ਅਸੀਂ ਵੱਖ-ਵੱਖ ਕਮਰਿਆਂ ਵਿੱਚ ਆਪਣੇ ਕੰਮ ਕਰਦੇ ਹੈਗੇ ਆ। ਸੋ ਸਾਡਾ ਲੈਪਟਾਪ ਵੀ ਇਸ ਦਾ ਲੈਪਟਾਪ ਇਹੀ ਖੋਲ੍ਹ ਸਕਦੀ ਹੈ। ਇਟਸ ਔਨ ਹਰ ਫਿੰਗਰਪ੍ਰਿੰਟ। ਮੇਰਾ ਵੀ ਔਨ ਮਾਈਨ ਓਨਲੀ ਹੈਗਾ। ਸੋ ਅਸੀਂ ਇੱਕ ਦੂਜੇ ਦਾ ਉਹ ਵੀ ਐਕਸੈਸ ਨਹੀਂ ਹੈ। ਅਸੀਂ ਇੱਕ ਦੂਜੇ ਦਾ ਫੋਨ ਕਦੀ ਚੈੱਕ ਨਹੀਂ ਕੀਤਾ ਹੈਗਾ। ਮੈਨੂੰ ਕੰਚਨ ਦਾ ਪਾਸਕੋਡ ਨਹੀਂ ਪਤਾ, ਇਸ ਨੂੰ ਮੇਰਾ ਪਤਾ ਹੋਏਗਾ ਪਰ ਇਹ ਖੁੱਲ੍ਹਦੀ ਨਹੀਂ ਹੈ। ਮਤਲਬ ਵਾਈਫਸ ਨੂੰ ਸਭ ਪਤਾ ਹੁੰਦਾ ਹੈਗਾ। ਸੋ ਇਹ ਅਸੀਂ ਬਹੁਤ ਜ਼ਿਆਦਾ ਇਹ ਮੇਨਟੇਨ ਕਰਨਾ ਬਹੁਤ ਔਖਾ ਹੈ। ਕਈ ਵਾਰ ਹੋ ਜਾਂਦਾ ਹੈਗਾ ਕਿ ਖਬਰ ਕਿ ਜਿਵੇਂ ਦੱਸ ਰਿਹਾ ਸੀ ਵੀ ਖਬਰ ਕਿਤੋਂ ਹੋਰ ਹੋ ਜਾਵੇ। ਸੋ ਤੁਸੀਂ ਮੋਰਲੀ ਰਾਈਟ ਹੋ ਗਈ, ਆਈ ਡੋਂਟ ਨੋ ਅਬਾਊਟ ਦਿਸ। ਸੋ ਹੁਣ ਮੈਂ ਆਫਿਸ ਜਾਂਦਾ ਹੈਗਾ, ਮੈਂ ਐਡੀਟੋਰੀਅਲ ਮੀਟਿੰਗਸ ਵਿੱਚ ਜਾਂਦਾ, ਮੈਨੂੰ ਪੂਰੇ ਸਾਰੇ ਪੰਜਾਬ ਤੋਂ ਕਿੱਥੋਂ ਕਿਹੜੀ ਖਬਰ ਆ ਰਹੀ ਹੈ ਮੈਨੂੰ ਪਤਾ ਹੁੰਦੀ ਹੈ। ਕਈ ਖਬਰਾਂ ਹੁੰਦੀਆਂ ਨੇ ਜਿਹੜੀ ਮੈਨੂੰ ਪਤਾ ਹੈ ਕੰਚਨ ਦੀ ਬੀਟ ਦੀ ਹੈ, ਅਤੇ ਜੇ ਕੰਚਨ ਕੋਲ ਨਹੀਂ ਹੋਏਗੀ ਤਾਂ ਹੋ ਸਕਦਾ ਸਵੇਰੇ ਇਸ ਨੂੰ ਐਂਬੈਰਸਮੈਂਟ ਹੋਏਗੀ। ਬਟ ਦੈਨ ਉਹਦੇ ਵਿੱਚ ਮੇਰੀ ਕਮਿਟਮੈਂਟ ਮੇਰੇ ਅਖਬਾਰ ਲਈ ਹੈ, ਕੰਚਨ ਦੀ ਆਪਣੇ ਅਖਬਾਰ ਲਈ ਕਮਿਟਮੈਂਟ ਹੈ। ਸੋ ਇਸਨੇ ਮੈਨੂੰ ਕਦੀ ਸਵੇਰੇ ਇਹ ਨਹੀਂ ਕਿਹਾ ਹੈਗਾ ਕਿ ਤੂੰ ਮੈਨੂੰ ਦੱਸ ਦਿੰਦਾ ਜਾਂ ਸਮਥਿੰਗ। ਹਾਂ, ਇਹ ਆ ਕੇ ਜ਼ਰੂਰ ਕਹੇਗੀ ਕੋਈ ਗੱਲ ਨਹੀਂ ਬੱਚੂ, ਹੁਣ ਤੂੰ ਦੇਖੀ ਅੱਜ ਇੰਡੀਅਨ ਐਕਸਪ੍ਰੈਸ ਕੀ ਕਰੇਗਾ। ਜਦੋਂ ਲੀਡਰਾਂ ਦੀਆਂ ਖਬਰਾਂ, ਅੰਦਰ ਦੀਆਂ ਖਬਰਾਂ ਲੈ ਕੇ ਆਉਂਦੇ ਹੋ, ਉਹ ਕਿੱਦਾਂ ਪਹੁੰਚ ਜਾਂਦੀਆਂ ਨੇ ਤੁਹਾਡੇ ਕੋਲ? ਕਿਉਂਕਿ ਸੋਰਸਿਸ ਤਾਂ ਚਲੋ ਖੈਰ ਸੋਰਸਿਸ ਦੇ ਹਿਸਾਬ ਦੇ ਨਾਲ ਆ ਗਈ, ਪਰ ਕਹਿੰਦੇ ਕਿ ਲੋਕ ਕੰਚਨ ਨੂੰ ਇਹ ਚੀਜ਼ਾਂ ਜਾਣਨ ਵਾਸਤੇ ਵੀ ਫੋਨ ਕਰ ਲੈਂਦੇ ਆ ਕਿ ਕੰਚਨ ਸਾਡੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ, ਜਰਾ ਹਾਈ ਲੈਵਲ 'ਤੇ ਪਤਾ ਕਰਕੇ ਦੱਸੋ। ਇਹ ਬਸ ਇਸ ਤਰ੍ਹਾਂ ਹੀ ਹੈ ਕਿ ਕਨੈਕਟ ਹੈਗਾ ਲੋਕਾਂ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਵਿੱਚ ਹੀ। ਹੁਣ ਤਾਂ ਕੋਵਿਡ ਹੈ, ਹੁਣ ਤਾਂ ਜ਼ਿਆਦਾ ਬਾਹਰ ਜਾਣਾ ਨਹੀਂ ਹੁੰਦਾ, ਪਰ ਪਹਿਲਾਂ ਹੁੰਦਾ ਸੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਆਫਿਸ ਜਾ ਕੇ ਖਬਰਾਂ ਲਿਖਣੀਆਂ ਸ਼ੁਰੂ ਕਰਨੀਆਂ, ਉਸ ਤੋਂ ਪਹਿਲਾਂ ਸਾਰਾ ਫੀਲਡ 'ਚ ਹੀ ਹੁੰਦਾ, ਕਦੀ ਕਿਸੇ ਲੀਡਰ ਨਾਲ, ਕਦੀ ਕਿਸੇ ਲੀਡਰ ਨਾਲ। ਤਾਂ ਇੰਨੀ ਵਾਰੀ ਮਿਲ ਕੇ ਇੱਕ ਤਰ੍ਹਾਂ ਦਾ ਟਰਸਟ ਬਣ ਜਾਂਦਾ, ਤਾਂ ਉਹ ਤੁਹਾਡੇ ਨਾਲ ਆਪਣੀਆਂ ਸਾਰੀਆਂ ਗੱਲਾਂ ਸ਼ੇਅਰ ਕਰ ਲੈਂਦੇ ਹੈ। ਉਸ ਤੋਂ ਫਿਰ ਤੁਹਾਨੂੰ ਇਨਫੋਰਮੇਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਕੀ ਹੋਇਆ। ਕਈ ਵਾਰੀ ਵੈਸੇ ਹੀ ਬੈਠੇ ਬੈਠੇ ਚਾਹ ਪੀ ਲਓ, ਬੰਦਾ ਵੈਸੇ ਹੀ ਸੋਚਦਾ ਕਿ ਚਲੋ ਇਹ ਵਾਲੀ ਗੱਲ ਕਰ ਲੈਂਦੇ ਆ, ਉਹ ਤੁਹਾਡੇ ਲਈ ਖਬਰ ਹੋ ਜਾਂਦੀ ਹੈ, ਬ੍ਰੇਕਿੰਗ ਖਬਰ ਹੋ ਨਿਊਜ਼ ਜਾਂਦੀ ਹੈ। ਹਾਂ, ਕਿਤੋਂ ਨਾ ਕਿਤੋਂ ਕੋਈ ਹਿੰਟ ਮਿਲਦਾ, ਦੂਸਰੀ ਜਗ੍ਹਾ ਤੋਂ ਜਾ ਕੇ ਕਨਫਰਮ ਹੋ ਜਾਂਦਾ, ਆ ਕੋਈ ਟਿਪ ਆਫ ਕਿਤੋਂ ਮਿਲ ਗਿਆ, ਖਬਰ ਕਿਤੋਂ ਹੋਰ ਬਣ ਗਈ। ਮਤਲਬ ਇੱਕ ਤਰ੍ਹਾਂ ਦੇ ਡਾਟਸ ਜੁਆਇਨ ਕਰਨੇ ਹੁੰਦੇ ਆ, ਤਾਂ ਉਹ ਇੰਨੇ ਸਾਰੇ ਲੋਕਾਂ ਨਾਲ ਮਿਲ ਕੇ ਬਣਦਾ ਚਲਾ ਜਾਂਦਾ ਹੈ। ਜਾਊਂਗਾ। ਸੋ ਤੁਸੀਂ ਸੀਨੀਅਰਸ ਨੂੰ ਦੇਖਦੇ ਹੋ, ਕੰਚਨ ਨੂੰ ਤਾਂ ਬਹੁਤ ਲੱਕੀ ਰਹੀ ਹੈਗੀ, ਇਸ ਨੂੰ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਆਫ ਐਡੀਟਰਸ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਗਾਈਡੈਂਸ ਕੀਤੀ ਹੈਗੀ ਹੈ। ਸੋ ਇਹਨਾਂ ਲੋਕਾਂ ਦਾ ਵੀ ਇੱਕ ਪਾਥ ਦਿਖਾਉਣ ਦਾ ਬਹੁਤ ਫਰਕ ਪੈਂਦਾ। ਠੀਕ ਹੈ, ਆਖਰੀ ਸਵਾਲ ਹੈ ਮੈਡਮ ਤੁਹਾਡੇ ਤੋਂ ਮੇਰਾ ਸਵਾਲ ਹੈ ਹੁਣ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿੱਦਾਂ ਪੇਸ਼ੇ ਦੇ ਵਿੱਚ ਤਾਂ ਚਲੋ ਕੰਪੀਟੀਸ਼ਨ ਇੱਕ ਦੂਜੇ ਨਾਲ ਚੀਜ਼ਾਂ ਸ਼ੇਅਰ ਨਹੀਂ ਕਰਦੇ, ਪਰ ਘਰ ਦਾ ਕੰਮ ਕੌਣ ਕਰਦਾ ਹੈ? ਵੈਸੇ ਤਾਂ ਸਵਾਲ ਮੈਨੂੰ ਕਿਸੇ ਨੇ ਕਿਹਾ ਕਿ ਇਹ ਸਵਾਲ ਜਿਹੜਾ ਹੈ, ਕਿਉਂਕਿ ਕਿਤੇ ਚਰਚਾ ਚੱਲ ਰਹੀ ਸੀ ਕਿ ਜ਼ਿਆਦਾ ਕੰਮ ਜਿਹੜੀਆਂ ਲੇਡੀਜ਼ ਹੀ ਕਰਦੀਆਂ, ਕੋਈ ਕਹਿੰਦਾ ਨਹੀਂ ਮੈਂ ਵੀ ਘਰ ਦਾ ਕੰਮ ਕਰਾਉਣਾ, ਬੰਦਾ ਇੱਕ ਕਹਿੰਦਾ ਜਾ ਕੇ ਘਰ ਦਾ ਕੰਮ ਕੌਣ ਕਰਦਾ? ਇਹ ਸਵਾਲ ਵੈਸੇ ਜੁਪਿੰਦਰ ਤੋਂ ਪੁੱਛਿਆ ਜਾਵੇ ਤਾਂ ਜ਼ਿਆਦਾ ਚੰਗਾ ਰਹੇਗਾ, ਬਟ ਸਾਡੇ ਕੋਲ ਇੱਕ ਮੇਡ ਹੈ। ਜ਼ਿਆਦਾਤਰ ਸਾਰਾ ਜਦੋਂ ਤੁਸੀਂ ਫੁੱਲ ਟਾਈਮ ਜਰਨਲਿਜ਼ਮ ਕਰਨਾ ਹੁੰਦਾ ਤਾਂ ਘਰ ਦਾ ਮਤਲਬ ਹੋਮ ਮੇਕਰ ਨੂੰ ਤਾਂ ਫਿਰ ਘਰ ਜਿਹੜਾ ਉਹ ਮਿਸ ਕਰਦਾ ਹੀ ਹੈ ਹਮੇਸ਼ਾ। ਪਰ ਇਹ ਹੁੰਦਾ ਕਿ ਦੋਨੋਂ ਜਣੇ ਜੇ ਤੁਹਾਡੇ ਪਾਰਟਨਰ ਅੰਡਰਸਟੈਂਡਿੰਗ ਹੈਗੇ ਆ ਤਾਂ ਉਹ ਗੱਡੀ ਚੱਲਦੀ ਰਹਿੰਦੀ ਹੈ, ਨਹੀਂ ਤਾਂ ਮੁਸ਼ਕਿਲ ਹੋ ਜਾਂਦੀ ਹੈ। ਬਟ ਫਿਰ ਵੀ ਲੇਡੀ ਨੂੰ ਹਮੇਸ਼ਾ ਘਰ ਵੱਲ ਧਿਆਨ ਦੇਣਾ ਹੀ ਪੈਂਦਾ, ਚਾਹੇ ਤੁਸੀਂ ਵੀਕਐਂਡ 'ਤੇ ਕਹਿ ਲਓ। ਤਾਂ ਫਿਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਦੋਂ ਵੀਕਐਂਡਸ ਹੁੰਦੇ ਆ ਤਾਂ ਮੈਂ ਜਿਹੜੀ ਆਪਣੀ ਪੂਰੀ ਮਿਸਿੰਗ ਹੁੰਦੀ ਆ ਜਿਹੜੀ ਮੈਂ ਹਫਤੇ ਲਈ ਉਹ ਕੰਪਨਸੇਟ ਕਰਦਾ। ਮੈਂ ਬਹੁਤ ਥੈਂਕਫੁਲ ਹਾਂ ਕੰਚਨ ਇਸ ਲਈ, ਬਿਕੋਜ਼ ਮੇਰੇ ਪੇਰੈਂਟਸ, ਮੇਰੇ ਫਾਦਰ ਦੀ ਹੁਣੇ ਹੀ ਮਾਰਚ ਵਿੱਚ ਹੀ ਉਹਨਾਂ ਦੀ ਡੈਥ ਹੋਈ ਹੈਗੀ ਹੈ, ਅਤੇ ਮੇਰੇ ਮਦਰ ਵੀ ਬੈੱਡ 'ਤੇ ਨੇ 4 ਸਾਲ ਤੋਂ। ਤਾਂ ਇਸਨੇ ਡਿਸਪਾਈਟ ਹਰ ਪ੍ਰੋਫੈਸ਼ਨ ਮਤਲਬ ਮੇਰੇ ਮਾਂ ਬਾਪ ਨੂੰ ਸੰਭਾਲਣਾ ਇਸਨੇ ਆਪਣੇ ਸਿਰ 'ਤੇ ਲਿੱਤੀ ਹੈ ਜ਼ਿੰਮੇਵਾਰੀ, ਅਤੇ ਇੱਕ ਵੀ ਟਾਈਮ ਇਹ ਪਿੱਛੇ ਨਹੀਂ ਹਟੀ। ਚਾਹੇ ਉਹਨਾਂ ਨੂੰ ਹੌਸਪੀਟਲ ਲੈ ਕੇ ਜਾਣਾ ਹੈ, ਕਿਤੇ ਵੀ ਕਰਨਾ, ਆਪਣੀ ਖਬਰਾਂ ਵਿੱਚ ਵੀ ਅੱਗੇ ਰਹੀ ਹੈ, ਅਤੇ ਫੈਮਿਲੀ ਦੀ ਹਰ ਇੱਕ ਉਹਦੇ ਵਿੱਚ ਕੰਚਨ ਨੇ ਅੱਗੇ ਰਹੀ ਹੈਗੀ ਹੈ। ਜਿੱਥੋਂ ਤੱਕ ਖਾਣੇ ਦਾ ਸਵਾਲ ਹੈ, ਅਤੇ ਜਦੋਂ ਸਾਡੀ ਮੈਰਿਜ ਹੋਈ ਸੀਗੀ ਤਾਂ ਮੈਨੂੰ ਖਾਣਾ ਬਣਾਉਣਾ ਆਉਂਦਾ ਸੀਗਾ, ਅਤੇ ਪਰ ਕੰਚਨ ਨੂੰ ਨਹੀਂ ਸੀ ਆਉਂਦਾ ਹੈਗਾ। ਸੋ ਪਹਿਲੇ 2-3 ਦਿਨ ਤਾਂ ਅਸੀਂ ਬਾਹਰ ਹੋਟਲ 'ਤੇ ਹੀ ਖਾਂਦੇ ਰਹੇ। ਫਿਰ ਮੇਰਾ ਥੋੜ੍ਹਾ ਜਿਹਾ ਮੈਂ ਬਿਮਾਰ ਹੋ ਗਿਆ ਖਾ ਕੇ, ਤਾਂ ਫਿਰ ਇਸਨੇ ਖਾਣਾ ਬਣਾਇਆ ਹੈਗਾ, ਅਤੇ ਹੁਣ ਵੀ ਇਸ ਨੂੰ ਇਹ ਦੇਖ ਲੈਂਦੀ ਹੈ ਕਿ ਮੈਨੂੰ ਜੋ ਖਾਣਾ ਮੇਡ ਨੇ ਬਣਾਇਆ ਜਾਂ ਕਿਸੇ ਹੋਰ ਨੇ ਬਣਾਇਆ ਹੈਗਾ ਉਹ ਮੈਨੂੰ ਪਸੰਦ ਨਹੀਂ ਆ ਰਿਹਾ ਹੈਗਾ। ਤਾਂ ਇਸਨੇ ਉਸ ਟਾਈਮ ਇਹਨੇ ਜੋ ਵੀ ਹੈ ਆਪਣੀ ਨਿਊਜ਼ ਵੀ ਕਰਦੀ ਰਹੇਗੀ, ਉੱਠ ਕੇ ਇਮੀਡੀਏਟਲੀ ਮੈਨੂੰ ਕੁਛ ਨਾ ਕੁਛ ਬਣਾ ਦੇਗੀ। ਥੋੜ੍ਹਾ ਮੈਂ ਇਹਦੇ 'ਚ ਇਮੋਸ਼ਨਲੀ ਬਲੈਕਮੇਲ ਵੀ ਕਰ ਲੈਂਦਾ ਬਿਨਾਂ ਕੁਛ ਕਹੇ। ਸੋ ਇਹ ਆਰਟ ਪਹਿਲਾਂ ਲੇਡੀਜ਼ ਕੋਲ ਆਰਟ ਹੁੰਦਾ ਸੀ। ਅੱਜ ਕੱਲ੍ਹ ਦੇ ਜ਼ਮਾਨੇ ਜਦੋਂ ਲੇਡੀਜ਼ ਤੁਹਾਡੇ ਨਾਲ ਪੂਰੀਆਂ ਐਕਟਿਵ ਨੇ, ਹੈ ਨਾ, ਸੋ ਤੁਹਾਡੇ ਤੋਂ ਵੱਧ ਕਮਾ ਰਹੀਆਂ ਨੇ। ਸੋ ਇਹਦੇ ਵਿੱਚ ਹਸਬੈਂਡਸ ਨੂੰ ਬਹੁਤ ਜ਼ਿਆਦਾ ਇਹਦੇ 'ਚ ਐਡਜਸਟਮੈਂਟ ਵੀ ਕਰਨੀ ਪੈਂਦੀ ਹੈ, ਪਰ ਮੈਨੂੰ ਉਹਦੀ ਲੋੜ ਨਹੀਂ ਪੈ ਰਹੀ ਐਡਜਸਟਮੈਂਟ ਦੀ।
ਫਿਰ ਕਈ ਵਾਰ ਤੁਹਾਨੂੰ ਲਾਈਫ ਦੇ ਵਿੱਚ ਨਾ ਕੁਝ ਐਕਸਪੀਰੀਅੰਸ ਹੁੰਦੇ ਨੇ। ਮੇਰੀ ਕੋਈ ਸਿਸਟਰ ਨਹੀਂ ਰਹੀ ਐਂਡ ਸੋ ਮੇਰੇ ਮਦਰ ਨੇ ਹੁਣ ਜਦੋਂ ਮੈਂ ਕੰਮ ਕਰਦਾ ਦੇਖਦਾ ਸੀ, ਮੈਂ ਛੋਟਾ ਬੇਟਾ ਉਹਨਾਂ ਦਾ, ਸੋ ਮੈਂ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ। ਸੋ ਮੈਨੂੰ ਰਸੋਈ ਦਾ ਸਾਰਾ ਕੰਮ ਆਉਂਦਾ। ਉਹ ਵੱਖਰੀ ਗੱਲ ਹੈ ਕਿ ਮੈਂ ਕਰਦਾ ਨਹੀਂ, ਪਰ ਮੈਨੂੰ ਆਉਂਦਾ ਸਾਰਾ ਹੈਗਾ ਕੰਮ। ਸੋ ਮੈਂ ਕਰਦਾ ਰਿਹਾ ਵਿੱਚ ਬਟ ਕੰਚਨ ਨੂੰ ਕੋਈ ਵੀ ਤੁਸੀਂ ਇਹ ਕਿਤੇ ਵੀ ਕੁਝ ਖਾਏਗੀ ਤੇ ਘਰੇ ਆ ਕੇ ਉਹ ਬਣਾ ਦੇਗੀ। ਸ਼ੀ ਇਜ਼ ਵੈਰੀ ਗੁੱਡ ਇਨ ਦੈਟ। ਬਹੁਤ ਬਹੁਤ ਧੰਨਵਾਦ ਕੰਚਨ ਜੀ ਔਰ ਜੁਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ। ਸੋ ਕੰਚਨ ਵਾਸਦੇਵ, ਜਿਨ੍ਹਾਂ ਨੂੰ ਮੈਂ ਬਹੁਤ ਵਾਰ ਇਸ ਇੰਟਰਵਿਊ ਦੇ ਵਿੱਚ ਬ੍ਰੇਕਿੰਗ ਨਿਊਜ਼ ਗਰਲ ਵੀ ਕਿਹਾ, ਕਿਉਂਕਿ ਇਹਨਾਂ ਨੂੰ ਕਿਹਾ ਜਾਂਦਾ ਹੈ ਕੰਚਨ ਵਾਸਦੇਵ ਨੇ ਬਹੁਤ ਵੱਡੀਆਂ ਵੱਡੀਆਂ ਖਬਰਾਂ ਬ੍ਰੇਕ ਕੀਤੀਆਂ ਨੇ। ਜੁਪਿੰਦਰ ਜੀਤ ਹੋਣਾ ਨੂੰ ਜਦੋਂ ਦੋਨਾਂ ਦਾ ਨਾਮ ਤੁਸੀਂ ਗੂਗਲ ਵੀ ਕਰੋਗੇ ਤਾਂ ਇਹਨਾਂ ਦੀਆਂ ਖਬਰਾਂ ਤੇ ਇਹਨਾਂ ਦੇ ਕਿੱਸੇ ਤੁਹਾਡੇ ਸਾਹਮਣੇ ਆ ਜਾਣਗੇ। ਔਰ ਜੁਪਿੰਦਰ ਜੀਤ ਦਾ ਨਾਮ ਜਾਣਿਆ ਜਾਂਦਾ ਕਿ ਹੋਰ ਬਹੁਤ ਸਾਰੀਆਂ ਵੱਡੀਆਂ ਖਬਰਾਂ ਵੀ ਇਹਨਾਂ ਨੇ ਕੀਤੀਆਂ ਨੇ, ਪਰ ਜਿੱਦਾਂ ਮੈਂ ਕਿਹਾ ਕਿ ਪੱਤਰਕਾਰ ਜਿਹੜੇ ਨੇ ਉਹ ਬਹੁਤ ਘੱਟ ਲਿਖਦੇ ਨੇ। ਖਬਰਾਂ ਤਾਂ ਲਿਖਦੇ ਨੇ ਪਰ ਕਿਤਾਬਾਂ ਪੜ੍ਹਨ ਲਿਖਣ 'ਚ ਵੀ ਰੁਚੀ ਹੋਣੀ ਚਾਹੀਦੀ ਆ। ਜੁਪਿੰਦਰਜੀਤ ਪੜ੍ਹਦੇ ਵੀ ਨੇ, ਲਿਖਦੇ ਵੀ ਨੇ। ਕੰਚਨ ਵਾਸਦੇਵ ਹੁਣੀ ਵੀ ਲਿਖ ਰਹੇ ਨੇ ਹੁਣ ਚੀਜ਼ਾਂ। ਔਰ ਇਸੇ ਟੌਪਿਕ ਤੇ ਚਰਚਾ ਹੋਈ ਆ ਜ਼ਿਆਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਹਿਲਾ ਪੱਤਰਕਾਰ ਨੇ ਜਾਂ ਫਿਰ ਨਵੇਂ ਜਿਹੜੇ ਪੱਤਰਕਾਰਿਤਾ ਦੇ ਵਿੱਚ ਆ ਰਹੇ ਨੇ ਲੋਕ, ਉਹਨਾਂ ਨੂੰ ਚੈਲੰਜਸ ਜਿਹੜੇ ਨੇ ਉਹ ਦੇਖ ਲੈਣ ਕਿ ਇਹ ਚੈਲੰਜ ਆਉਂਦੇ ਨੇ। ਖਾਸ ਕਰਕੇ ਮਹਿਲਾ ਪੱਤਰਕਾਰ ਨੇ ਉਹਨਾਂ ਨੂੰ ਕੀ ਚੈਲੰਜ ਆਉਂਦੇ ਨੇ ਜਾਂ ਫਿਰ ਐਡਵਾਂਟੇਜ ਕੀ ਹੁੰਦੇ ਨੇ। तमाम ਚੀਜ਼ਾਂ ਨੂੰ ਲੈ ਕੇ ਚਰਚਾ ਹੋਈ ਹੈ। ਉਮੀਦ ਕਰਦੇ ਹਾਂ ਕਿ ਇਹ ਚੀਜ਼ਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।